ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਇੱਕ ਵਾਰ ਫੇਰ ਮੈਂ ਔਰ ਡਾਕਟਰ ਹਰਨਾਮ ਸਿੰਘ ਜੀ ਇੱਕ ਨਵੀਂ ਵਿਚਾਰ ਚਰਚਾ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਇਆ। ਤੇ ਅੱਜ ਦੀ ਇਸ ਵਿਚਾਰ ਚਰਚਾ ਇਸ ਵੀਡੀਓ ਦਾ ਵਿਸ਼ਾ ਇੱਕ ਅਜਿਹਾ ਵਿਸ਼ਾ ਹੈ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਹੋਇਆ। ਜੇਕਰ ਆਪਾਂ ਅੱਗੇ ਚੱਲ ਕੇ ਇਹਦੇ ਅੰਕੜੇ ਪੇਸ਼ ਕਰਾਂਗੇ ਤਾਂ ਤੁਸੀਂ ਬਹੁਤ ਜ਼ਿਆਦਾ ਹੈਰਾਨ ਹੋਵੋਗੇ। ਸਾਡੇ ਇਸ ਵੀਡੀਓ ਦਾ ਵਿਸ਼ਾ ਹੈਗਾ ਯੂਰਿਕ ਐਸਿਡ। ਯੂਰਿਕ ਐਸਿਡ ਕਹਿਣ ਨੂੰ ਤਾਂ ਇੱਕ ਸਿੰਪਟਮ ਹੈਗਾ, ਲੇਕਿਨ ਅੱਗੇ ਚੱਲ ਕੇ ਜਿਹੜਾ ਕਿ ਇਹ ਪ੍ਰੋਬਲਮ ਕ੍ਰੀਏਟ ਕਰਦਾ ਉਹਦੇ ਨਾਲ ਲਗਭਗ ਦੁਨੀਆ ਦੇ 8 ਕਰੋੜ ਤੋਂ ਵੱਧ ਜਿਹੜੇ ਲੋਕੀ ਨੇ ਉਹ ਪੀੜਤ ਨੇ। ਯਾਨੀ ਕਿ ਕਿਡਨੀ ਦੀ ਸਮੱਸਿਆ। ਕਿਡਨੀ ਰੱਬ ਨੇ ਇੱਕ ਰਿਜ਼ਰਵ ਦਿੱਤੀ ਹੋਈ ਹੈ, ਲੇਕਿਨ ਇਹਦੇ ਬਾਵਜੂਦ ਵੀ ਸਾਡੀਆਂ ਦੋਨੋਂ ਕਿਡਨੀਆਂ ਖਰਾਬ ਹੋ ਰਹੀਆਂ ਨੇ। ਦੋਨੋਂ ਕਿਡਨੀਆਂ ਖਰਾਬ ਹੋਣ ਦੇ ਨਾਲ ਨਾਲ ਅੱਗੇ ਡਾਇਲਿਸਿਸ ਤੇ ਫਿਰ ਬੰਦੇ ਦੀ ਮੌਤ। ਬਹੁਤ ਵੱਡੀ ਇੰਡਸਟਰੀ ਚੱਲ ਰਹੀ ਹੈ ਇਹਦੇ ਨਾਂ ਦੇ ਉੱਤੇ। ਲੱਖਾਂ ਕਰੋੜਾਂ ਰੁਪਏ ਦੇ ਵਪਾਰ ਚੱਲ ਰਹੇ ਨੇ। ਵੱਡੀ ਵੱਡੀ ਜਿਹੜੀ ਹੈ ਫਾਰਮਾਸੂਟੀਕਲਸ ਕੰਪਨੀਆਂ ਦੇ ਸਿਰ ਦੇ ਉੱਤੇ ਚੱਲ ਰਹੀਆਂ ਨੇ। ਅਤੇ ਇਸ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਅਤੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਵੀ ਅਸੀਂ ਐਂ ਕਰ ਦਾਂਗੇ। ਕਿਉਂ ਹੋ ਰਿਹਾ? ਇਹਦੇ ਪਿੱਛੇ ਦੇ ਕੀ ਕਾਰਨ ਨੇ? ਯੂਰਿਕ ਐਸਿਡ ਵਧਣ 'ਤੇ ਸਾਨੂੰ ਕੀ ਸਿੰਪਟਮ ਮਿਲਦੇ ਨੇ? ਕਿੱਦਾਂ ਅਸੀਂ ਯੂਰਿਕ ਐਸਿਡ ਦੇ ਨਾਲ ਗ੍ਰਿਫਤ 'ਚ ਫਸਦੇ ਹੋਏ ਅੱਗੇ ਕਿਹੜੀ ਸਟੇਜ ਤੋਂ ਹੁੰਦੇ ਹੋਏ ਜਿਹੜੀ ਹੈ ਸਾਡੀ ਕਿਡਨੀ ਤੱਕ ਪਹੁੰਚਦੀ ਹੈ? ਅਤੇ ਕੀ ਜਦੋਂ ਯੂਰਿਕ ਐਸਿਡ ਵੱਧਦਾ ਹੈ ਤਾਂ ਕਿਡਨੀ ਕੋਈ ਸਾਈਨ ਦਿੰਦੀ ਹੈ, ਜਾਂ ਕਿਡਨੀ ਦੇ ਵਿੱਚ ਜੇਕਰ ਆਪਾਂ ਨੂੰ ਕੋਈ ਸਾਈਨ ਆ ਰਿਹਾ ਤਾਂ ਕੀ ਉਹਦੇ ਪਿੱਛੇ ਯੂਰਿਕ ਐਸਿਡ ਹੀ ਕਾਰਨ ਹੈ ਜਾਂ ਫਿਰ ਉਹਦੇ ਵਿੱਚ ਕੁਝ ਹੋਰ ਕਾਰਨ ਨੇ? ਜੇ ਯੂਰਿਕ ਐਸਿਡ ਵੱਧ ਗਿਆ ਤਾਂ ਡਾਕਟਰ ਅਕਸਰ ਕਹਿੰਦੇ ਨੇ ਕਿ ਪ੍ਰੋਟੀਨ ਨਾ ਖਾਓ। ਅਤੇ ਕੀ ਪ੍ਰੋਟੀਨ ਜਿਹੜਾ ਉਹ ਨਾ ਖਾਣਾ ਇੱਕ ਹੱਲ ਹੈ? ਕਿਉਂਕਿ ਪ੍ਰੋਟੀਨ ਤੋਂ ਬਿਨਾਂ ਜਿਹੜੀ ਹੈ ਬਾਡੀ ਜਿਹੜੀ ਉਹ ਚੱਲ ਨਹੀਂ ਸਕਦੀ। ਪ੍ਰੋਟੀਨ ਬਾਡੀ ਦਾ ਬਿਲਡਿੰਗ ਬਲਾਕ ਹੈ ਅਤੇ ਇਹਦੇ ਬਿਨਾਂ ਜਿਹੜੀ ਹੈ ਕੋਈ ਚਾਰਾ ਵੀ ਨਹੀਂ ਹੈਗਾ। ਫਿਰ ਪ੍ਰੋਟੀਨ ਨਹੀਂ ਖਾਵਾਂਗੇ ਤਾਂ ਕਿੱਦਾਂ ਚੱਲੂਗਾ? ਜਦੋਂ ਯੂਰਿਕ ਐਸਿਡ ਵੱਧਦਾ ਹੈਗਾ ਤਾਂ ਸਾਨੂੰ ਕਿਹੜੇ ਸਾਇੰਸ ਤੋਂ ਪਤਾ ਲੱਗਦਾ, ਕਿਹੜੇ ਲੱਛਣਾਂ ਤੋਂ ਪਤਾ ਲੱਗਦਾ ਵੀ ਸਾਨੂੰ ਯੂਰਿਕ ਐਸਿਡ ਵੱਧ ਗਿਆ? ਕਿਹੜੇ ਉਹ ਘਰੇਲੂ ਉਪਚਾਰ ਨੇ ਜਿਹਦੇ ਨਾਲ ਅਸੀਂ ਆਪਣਾ ਯੂਰਿਕ ਐਸਿਡ ਆਪ ਠੀਕ ਕਰ ਸਕਦੇ ਹਾਂ? ਅਤੇ ਕੀ ਕਰੀਏ ਜਿਹੜਾ ਯੂਰਿਕ ਐਸਿਡ ਸਾਡਾ ਦੁਬਾਰਾ ਨਾ ਵਧੇ? ਆਪਾਂ ਡਾਕਟਰ ਹਰਨਾਮ ਸਿੰਘ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਤੁਹਾਡਾ ਸਾਨੂੰ ਸਮਾਂ ਦੇਣ ਲਈ। ਡਾਕਟਰ ਸਾਹਿਬ, ਯੂਰਿਕ ਐਸਿਡ ਅਤੇ ਬਲੱਡ ਯੂਰੀਆ ਨੇੜੇ ਤੇੜੇ ਦੀਆਂ ਚੀਜ਼ਾਂ ਨੇ ਜੀ। ਜੀ ਜੀ। ਇਹ ਜਿਹੜੀ ਚੀਜ਼ ਹੈ ਮੈਨੂੰ ਲੱਗਦਾ ਅੱਜ ਪਿੰਡਾਂ ਵਾਲੇ ਲੋਕ ਚੰਗੀ ਤਰ੍ਹਾਂ ਜਾਣਨ ਲੱਗੇ ਨੇ ਕਿ ਮੇਰਾ ਯੂਰੀਆ ਵੱਧ ਗਿਆ। ਮੇਰਾ ਮਤਲਬ ਐਂ ਤਾਂ ਪਤਾ ਨਹੀਂ ਹੁੰਦਾ ਵੀ ਕੀ ਹੈਗਾ, ਪਰ ਯੂਰੀਆ ਵੱਧ ਗਿਆ। ਜੀ ਬਿਲਕੁਲ। ਬੇਸਿਕਲੀ ਜਿਹੜਾ ਯੂਰਿਕ ਐਸਿਡ ਹੈ ਉਹ ਸਾਡੇ ਸਰੀਰ ਦੇ ਵਿੱਚ ਵਾਯੂ ਤੱਤ ਵਧਣ ਕਰਕੇ ਵੱਧਦਾ ਹੈ। ਅਤੇ ਆਮ ਜਿਵੇਂ ਤੁਸੀਂ ਕਿਹਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿਉਂਕਿ ਮੈਡੀਕਲ ਟਰਮ ਦੀਆਂ ਪੂਰੀ ਜਾਣਕਾਰੀਆਂ ਨਹੀਂ ਹੁੰਦੀਆਂ, ਉਹਦੇ ਕਰਕੇ ਦੇਸੀ ਭਾਸ਼ਾ ਦੇ ਵਿੱਚ ਉਹ ਇਹਨੂੰ ਯੂਰੀਆ ਕਹਿੰਦੇ ਨੇ। ਪਰ ਦੋਨਾਂ ਦੇ ਵਿੱਚ ਫਰਕ ਹੈ। ਦੋਵੇਂ ਪੈਦਾ ਆਪਣੇ ਕਿਡਨੀ ਕਰਕੇ ਹੀ ਹੁੰਦੇ ਨੇ। ਪਰ ਜਿਹੜਾ ਯੂਰਿਕ ਐਸਿਡ ਹੈ ਆਪਾਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਕਿ ਯੂਰਿਕ ਐਸਿਡ ਹੋਣ ਦੇ ਕਾਰਨ ਕੀ ਨੇ। ਸਾਡੇ ਸਰੀਰ ਦੇ ਵਿੱਚ 3 ਤੱਤ ਨੇ ਜਿਹੜੇ ਜਿਨ੍ਹਾਂ ਦੇ ਪ੍ਰਧਾਨ ਹੋਣ ਕਰਕੇ ਸਾਡੇ ਸਰੀਰ ਦੇ ਵਿੱਚ ਬੈਲੈਂਸ ਰਹਿੰਦਾ। ਸਰੀਰ ਉਹਨਾਂ ਦੇ ਬੈਲੈਂਸ ਰਹਿਣ ਕਰਕੇ ਸਰੀਰ ਨਿਰੋਗੀ ਰਹਿੰਦਾ ਹੈ। ਜਦੋਂ ਵਾਤ, ਪਿੱਤ ਅਤੇ ਕਫ ਇਹ ਵਿਗੜ ਜਾਂਦੇ ਨੇ ਅਤੇ ਬਿਮਾਰੀ ਦਾ ਕਾਰਨ ਬਣਦੇ ਨੇ। ਇਸੇ ਤਰ੍ਹਾਂ ਜਿਹੜਾ ਯੂਰਿਕ ਐਸਿਡ ਹੈ ਇਹ ਵਾਤ ਰੋਗ ਹੈ। ਜਦੋਂ ਸਰੀਰ ਦੇ ਵਿੱਚ ਵਾਯੂ ਵੱਧ ਜਾਂਦੀ ਹੈ ਉਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਦਰਦਾਂ ਰਹਿਣੀਆਂ, ਆਲਸ ਰਹਿਣਾ। ਸਿੰਪਟਮ ਦੀ ਗੱਲ ਕਰਾਂ ਤਾਂ ਜਿਹੜੇ ਮੁੱਢਲੇ ਸਿਧਾਂਤ ਨੇ, ਮੁੱਢਲੇ ਸਿੰਪਟਮ ਨੇ, ਉਹਦੇ ਵਿੱਚ ਪੈਰ ਦੇ ਜਿਹੜੇ ਅੰਗੂਠੇ ਹੈ ਉਹਦੇ ਵਿੱਚ ਸੋਜ ਆ ਜਾਂਦੀ ਹੈ, ਉਹ ਸੁੱਜ ਜਾਂਦਾ, ਉਹਦੇ 'ਚ ਲਾਲੀ ਆ ਜਾਂਦੀ ਹੈ, ਪੇਨ ਹੋਣ ਲੱਗ ਜਾਂਦੀ ਹੈ। ਲੋਕਾਂ ਨੂੰ ਸੁਬਾਹ ਇਹ ਜਿਹੜੇ ਯੂਰਿਕ ਐਸਿਡ ਦੇ ਸਿੰਪਟਮ ਨੇ ਸੁਬਾਹ ਮਾਰਨਿੰਗ ਜ਼ਿਆਦਾ ਆਉਂਦੇ ਨੇ ਜਾਂ ਦੇਰ ਰਾਤ ਆਉਂਦੇ ਨੇ। ਜਦੋਂ ਰਾਤ ਨੂੰ ਬੰਦਾ ਥੱਕ ਕੇ ਘਰੇ ਲੇਟਦਾ ਅਤੇ ਉਦੋਂ ਉਹਨੂੰ ਲੱਗਦਾ ਕਿ ਬੈਕ ਪੇਨ ਹੋ ਰਹੀ ਹੈ, ਸਰੀਰ ਦੇ ਅੰਗ ਜਿਹੜੇ ਨੇ ਉਹ ਦਰਦ ਕਰ ਰਹੇ ਨੇ। ਸੋ ਜਿਹੜਾ ਯੂਰਿਕ ਐਸਿਡ ਹੈ ਉਹ ਸ਼ੁਰੂਆਤੀ ਤੌਰ 'ਤੇ ਸਾਡੇ ਜਿਹੜੇ ਛੋਟੇ ਜੁਆਇੰਟ ਨੇ, ਚਾਹੇ ਉਹ ਅੰਗੂਠੇ ਦੇ ਪੈਰਾਂ ਦੇ ਅੰਗੂਠੇ ਨੇ ਜਾਂ ਹੱਥਾਂ ਦੇ ਅੰਗੂਠੇ ਨੇ, ਜਿਹੜੇ ਜ਼ਿਆਦਾ ਵਰਕਿੰਗ ਕਰਦੇ ਨੇ, ਉਹਦੇ ਵਿੱਚ ਸਵੈਲਿੰਗ ਅਤੇ ਪੇਨ ਦੇ ਰੂਪ 'ਚ ਸਾਨੂੰ ਸਿੰਪਟਮ ਦਿੰਦਾ ਹੈ ਜੀ। ਯੂਰਿਕ ਐਸਿਡ ਆਪਾਂ ਇਹ ਕਹਿ ਸਕਦੇ ਹਾਂ ਵੀ ਕ੍ਰਿਸਟਲਸ ਨੇ ਜਿਹੜੇ ਜਾ ਕੇ ਜੁਆਇੰਟਸ ਦੇ ਵਿੱਚ ਜੰਮਦੇ ਹੈਗੇ ਨੇ। ਉਹ ਕੀ ਮਤਲਬ ਮੈਨੂੰ ਜਿੱਥੇ ਤੱਕ ਮੈਨੂੰ ਤੁਛ ਸਮਝ ਹੈਗੀ ਆ ਆਯੁਰਵੇਦ ਦੀ, ਉਹਦੇ ਮੁਤਾਬਕ ਯੂਰਿਕ ਐਸਿਡ ਜਿਹੜਾ ਉਹ ਵਧਣ ਦੇ ਪਿੱਛੇ ਦਾ ਕਾਰਨ ਜਿਹੜਾ ਉਹ ਹੁੰਦਾ ਬਾਡੀ ਦਾ ਆਮ ਰਸ, ਜਿਹੜਾ ਆਯੁਰਵੇਦ ਦੀ ਭਾਸ਼ਾ ਦੀ ਜੇਕਰ ਗੱਲ ਕਰੀਏ, ਉਹ ਜਾ ਕੇ ਜੁਆਇੰਟਸ ਦੇ ਵਿੱਚ ਜੰਮ ਗਿਆ। ਜੀ, ਤੁਸੀਂ ਦੇਖਿਆ ਹੋਣਾ ਕਿ ਕਈ ਲੋਕ ਸ਼ਿਕਾਇਤ ਕਰਦੇ ਆ, ਹੁਣ ਤਾਂ ਛੋਟੀ ਉਮਰ ਦੇ ਵੀ ਕਰਨ ਲੱਗ ਗਏ। ਪਹਿਲਾਂ ਆਮ ਤੌਰ 'ਤੇ ਸੁਣਿਆ ਹੋਣਾ ਤੁਸੀਂ, ਜਦੋਂ 50-55 ਸਾਲ ਦੇ ਬਜ਼ੁਰਗ ਹੋ ਜਾਂਦੇ ਸੀ ਉਹ ਕਹਿੰਦੇ ਸਾਡੇ ਜੋੜਾਂ ਦੇ ਵਿੱਚ ਕੜਕੜ ਦੀ ਆਵਾਜ਼ ਆਉਂਦੀ ਹੈ। ਜਿਹੜੀ ਉਹ ਕੜਕੜ ਦੀ ਆਵਾਜ਼ ਹੈ ਉਹ ਯੂਰਿਕ ਐਸਿਡ ਦੇ ਜਿਹੜੇ ਕ੍ਰਿਸਟਲ ਨੇ ਖੂਨ ਦੇ ਵਿੱਚ ਜਾਂਦੇ ਹੋਏ ਸਾਡੇ ਜਿਹੜੀ ਜੁਆਇੰਟ ਦੇ ਵਿੱਚ ਕਾਰਟਿਲੇਜ ਹੁੰਦਾ, ਜਿਹਨੂੰ ਆਮ ਦੇਸੀ ਭਾਸ਼ਾ 'ਚ ਆਪਾਂ ਗਰੀਸ ਕਹਿ ਦਿੰਦੇ ਹਾਂ, ਉਹ ਗਰੀਸ ਦੇ ਵਿੱਚ ਜਦੋਂ ਰੇਤ ਜਾਣੀ ਸ਼ੁਰੂ ਹੋ ਜਾਂਦੀ ਹੈ, ਉਹ ਕ੍ਰਿਸਟਲ ਜੰਮਣੇ ਸ਼ੁਰੂ ਹੋ ਜਾਂਦੇ ਨੇ।
ਜਦੋਂ ਅਸੀਂ ਐਕਸ-ਰੇ ਦੇਖਦੇ ਹਾਂ ਉਹਦੇ ਵਿੱਚ ਸਾਨੂੰ ਉਹ ਚੀਜ਼ ਵਾਈਟ ਪੋਰਸ਼ਨ ਦੇ ਵਿੱਚ ਦਿਖਦੀ ਹੈ, ਬਰੀਕ ਕ੍ਰਿਸਟਲ ਦਿਖਦੇ ਨੇ। ਸੋ ਜਿਹੜੀ ਚੀਜ਼ ਹੈ ਉਹ ਯੂਰਿਕ ਐਸਿਡ ਹੈਗਾ। ਸੋ ਜਿਹੜਾ ਜਦੋਂ ਅਸੀਂ ਖਾਣਾ ਖਾਂਦੇ ਹਾਂ, ਖਾਣਾ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਵੇਂ ਪ੍ਰੋਟੀਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਪ੍ਰੋਟੀਨ ਜਦੋਂ ਸਾਡੇ ਸਰੀਰ 'ਚ ਜਾਂਦਾ ਹੈ, ਇੱਕ ਮਾਤਰਾ 'ਚ ਜਾ ਕੇ ਜਦੋਂ ਉਹ ਪ੍ਰੋਟੀਨ ਅਸੀਂ ਲੋੜ ਤੋਂ ਜ਼ਿਆਦਾ ਲੈਣਾ ਸ਼ੁਰੂ ਕਰਦੇ ਹਾਂ ਤੇ ਸਾਡੇ ਲੀਵਰ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਤੋਂ ਜਿਹੜਾ ਲੋੜ ਤੋਂ ਜ਼ਿਆਦਾ ਪ੍ਰੋਟੀਨ ਉਹਨੂੰ ਮੈਂ ਰੱਖਾਂ ਕਿਤੇ, ਤੇ ਉਹ ਸਾਰਾ ਪ੍ਰੋਟੀਨ ਬਾਡੀ ਦੇ ਵਿੱਚ ਉਹ ਬਿਨਾਂ ਉਹਨੂੰ ਪ੍ਰੋਸੈਸ ਕੀਤੇ ਮਿਕਸ ਕਰਨਾ ਸ਼ੁਰੂ ਕਰ ਦਿੰਦਾ। ਜਦੋਂ ਸਰੀਰ ਦੇ ਵਿੱਚ ਆਹ ਵਧਣੀ ਸ਼ੁਰੂ ਹੁੰਦੀ ਹੈ ਤੇ ਉਹਦੇ ਕਰਕੇ ਯੂਰਿਕ ਐਸਿਡ ਦਾ ਲੈਵਲ ਹਾਈ ਹੋ ਜਾਂਦਾ। ਯੂਰਿਕ ਐਸਿਡ ਦਾ ਲੈਵਲ ਹਾਈ ਹੋ ਜਾਂਦਾ। ਇਹਦੇ ਨਾਲ ਹੀ ਹੁਣ ਆਪਾਂ ਥੋੜਾ ਜਿਹਾ ਟੱਚ ਕਰ ਲਈਏ ਬਲੱਡ ਯੂਰੀਆ ਵੀ। ਜੀ ਹਾਂ, ਬਿਲਕੁਲ। ਯੂਰਿਕ ਐਸਿਡ ਜਿਵੇਂ ਮੈਂ ਕਿਹਾ ਪਹਿਲਾਂ ਵੀ ਖਾਣ ਪੀਣ ਦੀ ਜਿਹੜੀ ਆਦਤਾਂ ਕਰਕੇ ਜਾਂ ਹਾਈ ਪ੍ਰੋਟੀਨ ਡਾਈਟ ਕਰਕੇ ਹੁੰਦਾ। ਜਦੋਂ ਸਾਡੀ ਕਿਡਨੀ ਕੰਮ ਕਰਨਾ ਘੱਟ ਕਰ ਦਿੰਦੀ ਹੈ, ਉਹਦੇ ਵਿੱਚ ਜਦੋਂ ਕਿਡਨੀ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਬਲੱਡ ਯੂਰੀਆ, ਕ੍ਰੀਟੇਨਾਈਨ, ਯੂਰਿਕ ਐਸਿਡ, ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਪ੍ਰੋਟੀਨ ਲੈਂਦੇ ਹਾਂ ਉਹ ਬੋਡੀ ਦੇ ਵਿੱਚ ਜਿਹੜੇ ਵਿਸ਼ੈਲੇ ਤੱਤ ਨੇ ਕਿਡਨੀ ਨੇ ਪਿਸ਼ਾਬ ਦੇ ਰੂਪ ਦੇ ਵਿੱਚ 70% ਕੱਢ ਦੇਣੇ ਆ। ਬਾਕੀ 20% ਜਿਹੜੇ ਉਹਨੇ ਸਟੂਲ ਦੇ ਰੂਪ 'ਚ ਸਾਡੇ ਟਾਇਲਟ ਦੇ ਰੂਪ 'ਚ ਉਹ ਬਾਹਰ ਕੱਢਦੀ ਹੈ, ਜਿੰਨੇ ਵੀ ਟੌਕਸਿਨ ਹੁੰਦੇ ਨੇ। ਸੋ ਜਿਹੜਾ ਬਲੱਡ ਯੂਰੀਆ ਹੈ, ਕ੍ਰੀਟੇਨਾਈਨ ਹੈ, ਯੂਰਿਕ ਐਸਿਡ ਹੈ, ਇਹ ਮਾੜੇ ਤੱਤ ਨੇ ਸਾਡੇ ਸਰੀਰ 'ਚੋਂ, ਜਿਹੜੀ ਕਿਡਨੀ ਉਹਨੂੰ ਰੱਬ ਨੇ ਉਹਨੂੰ ਡਿਊਟੀ ਦਿੱਤੀ ਹੈ ਕਿ ਇਹਨੂੰ ਬਾਹਰ ਕੱਢ। ਜਦੋਂ ਉਹ ਇੱਕ ਲੈਵਲ ਤੋਂ ਜ਼ਿਆਦਾ ਜਿਹੜਾ ਉਹ ਸਰੀਰ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੰਦੇ ਨੇ, ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਸੋ ਬਲੱਡ ਯੂਰੀਆ ਵੀ ਇੱਕ ਇਸੇ ਤਰ੍ਹਾਂ ਦਾ ਹੀ ਪ੍ਰੋਟੀਨ ਹੈ ਜਿਹੜਾ ਸਾਡੇ ਸਰੀਰ ਦੇ ਵਿੱਚ ਘਾਤਕ ਹੈ, ਨਹੀਂ ਰਹਿਣਾ ਚਾਹੀਦਾ। ਪਰ ਜਦੋਂ ਸਾਡੀ ਕਿਡਨੀਆਂ ਘੱਟ ਕੰਮ ਕਰਦੀਆਂ ਨੇ, ਜਿਵੇਂ ਤੁਸੀਂ ਗੱਲ ਕੀਤੀ ਸ਼ੂਗਰ ਦੇ ਪੇਸ਼ੈਂਟ ਹੁੰਦੇ ਨੇ, ਜਾਂ ਜਿਹੜੇ ਲੋਕਾਂ ਨੇ ਬਹੁਤ ਜ਼ਿਆਦਾ ਲੰਮੀਆਂ ਦਵਾਈਆਂ ਖਾਧੀਆਂ ਨੇ ਬੀਪੀ ਦੀਆਂ, ਜਾਂ ਜਿਹੜੀ ਬਹੁਤ ਜ਼ਿਆਦਾ ਮੋਟਾਪੇ ਵਾਲੇ ਲੋਕ ਨੇ, ਜਾਂ ਜਿਹੜੇ ਲੋਕ ਬਹੁਤ ਜ਼ਿਆਦਾ ਅਲਕੋਹਲ ਯੂਜ਼ ਕਰਦੇ ਨੇ, ਉਹਨਾਂ ਦਾ ਜਿਹੜਾ ਬਲੱਡ ਯੂਰੀਆ ਅਕਸਰ ਹੀ ਯੂਰਿਕ ਐਸਿਡ ਦੇ ਨਾਲ ਵੱਧ ਜਾਂਦਾ ਹੈ। ਯੂਰਿਕ ਐਸਿਡ ਜਿਹੜਾ ਹੈ ਉਹਦਾ ਸੰਬੰਧ ਸਿੱਧਾ ਜਿਹੜਾ ਪ੍ਰੋਟੀਨ ਨਾਲ ਜਿਹੜਾ ਉਹ ਜੋੜਿਆ ਜਾਂਦਾ ਹੈਗਾ। ਤਾਂ ਪ੍ਰੋਟੀਨ ਸਭ ਤੋਂ ਵੱਧ, ਜੇਕਰ ਮੈਂ ਜਿੱਥੇ ਤੱਕ ਮੈਨੂੰ ਗਿਆਨ ਹੈਗਾ, ਉਹ ਨਾਨ ਵੈਜ ਤੋਂ ਮਿਲਦਾ। ਤੇ ਨਾਨ ਵੈਜ ਖਾਣ ਵਾਲਿਆਂ ਨੂੰ ਥੋੜਾ ਜਿਹਾ ਜ਼ਿਆਦਾ ਜਿਹੜਾ ਯੂਰਿਕ ਐਸਿਡ ਦੀ ਪ੍ਰੋਬਲਮ ਆਉਂਦੀ। ਜੀ ਹਾਂ, ਬਿਲਕੁਲ। ਜਿਹੜਾ ਸੀ ਫੂਡ ਹੈ, ਕਿਉਂਕਿ ਆਪਣੇ ਨਾਰਥ ਇੰਡੀਆ ਦੇ ਵਿੱਚ ਤਾਂ ਬਹੁਤ ਘੱਟ ਪਾਇਆ ਜਾਂਦਾ, ਪਰ ਸੀ ਫੂਡ ਦੇ ਵਿੱਚ ਉਸ ਤੋਂ ਇਲਾਵਾ ਜਿਹੜਾ ਰੈੱਡ ਮੀਟ ਹੈ ਉਹਦੇ ਵਿੱਚ, ਪੋਰਕ ਦੇ ਵਿੱਚ, ਜਿਹਨੂੰ ਸੂਰ ਦਾ ਮੀਟ ਕਹਿੰਦੇ, ਉਹਦੇ ਵਿੱਚ ਬਹੁਤ ਜ਼ਿਆਦਾ ਇਹ ਪਾਇਆ ਜਾਂਦਾ ਹੈ। ਉਸ ਤੋਂ ਇਲਾਵਾ ਜਿਹੜੀਆਂ ਦਾਲਾਂ ਨੇ, ਕੁਛ ਸਾਬੁਤ ਦਾਲਾਂ ਨੇ, ਜਿਵੇਂ ਚਨੇ ਹੋ ਗਏ ਹੈ, ਰਾਜਮਾ ਹੋ ਗਿਆ, ਸੋਇਆਬੀਨ ਹੋ ਗਈ ਹੈ, ਇਹਨਾਂ ਵਿੱਚ ਬਹੁਤ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਪਾਲਕ 'ਚ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਮਸ਼ਰੂਮ 'ਚ ਪਾਇਆ ਜਾਂਦਾ ਹੈ। ਸੋ ਇਹ ਜਿਹੜਾ ਪ੍ਰੋਟੀਨ ਹੈ ਸਾਡੀ ਜਦੋਂ ਸਰੀਰ ਦੇ ਵਿੱਚ ਉਹਨੂੰ ਪਚਾਉਣ ਦੀ ਸਮਰੱਥਾ ਘੱਟ ਜਾਂਦੀ ਹੈ ਤੇ ਜਿਹੜੀ ਕਿਡਨੀ ਆ ਉਹਨੂੰ ਪ੍ਰੋਪਰ ਬਾਹਰ ਬੋਡੀ 'ਚੋਂ ਫਲਸ਼ ਨਹੀਂ ਕਰਦੀ, ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਦਾ ਲੈਵਲ ਵੱਧ ਜਾਂਦਾ ਤੇ ਹੌਲੀ ਹੌਲੀ ਇਹ ਜੋੜਾਂ ਦੇ ਵਿੱਚ ਜਾਮ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਵਿੱਚ ਇਨਫਲੇਮੇਸ਼ਨ ਪੈਦਾ ਕਰਦਾ, ਦਰਦਾਂ ਪੈਦਾ ਕਰਦਾ। ਫਿਰ ਹੌਲੀ ਹੌਲੀ ਉਹ ਸੁੱਜਦੇ ਨੇ ਤੇ ਅੱਗੇ ਜਿਹੜੇ ਲੋਕ ਇਸ ਚੀਜ਼ ਨੂੰ ਲਾਈਟ ਲੈਂਦੇ ਨੇ, ਪੇਨ ਕਿਲਰ ਖਾ ਕੇ ਜਾਂ ਥੋੜ੍ਹੀ ਬਹੁਤੀ ਦਵਾਈ ਐਲੋਪੈਥੀ ਯੂਜ਼ ਕਰਕੇ ਉਹਨੂੰ ਇਗਨੋਰ ਕਰਦੇ ਰਹਿੰਦੇ ਨੇ, ਲਮਕਾਉਂਦੇ ਰਹਿੰਦੇ ਨੇ, ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਜਿਹੜੇ ਪੇਸ਼ੈਂਟ ਨੇ ਗਠੀਆਵਾਹ ਵੱਲ ਕਨਵਰਟ ਹੋ ਜਾਂਦੇ ਨੇ। ਜਦੋਂ ਯੂਰਿਕ ਐਸਿਡ ਬਾਡੀ ਦੇ ਅੰਦਰ ਵੱਧਦਾ ਹੈਗਾ, ਤੁਸੀਂ ਜਿਹੜੇ ਕੁਝ ਲੱਛਣ ਦੱਸੇ ਨੇ, ਸ਼ੁਰੂਆਤੀ ਲੱਛਣ ਜਿਹੜੇ ਕੀ ਹੁੰਦੇ ਨੇ, ਜਿਹੜੇ ਅੱਗੇ ਵੱਧ ਕੇ ਜਿਹੜੇ ਉਹ ਕਿੱਥੇ ਤੱਕ ਪਹੁੰਚਦੇ? ਜਦੋਂ ਸ਼ੁਰੂਆਤੀ ਲੱਛਣ ਹੁੰਦੇ ਆ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਅਲਕੋਹਲ ਪੀ ਰਹੇ ਹੋ, ਨਾਨ ਵੈਜ ਜ਼ਿਆਦਾ ਲੈ ਰਹੇ ਹੋ, ਜਿਵੇਂ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਉਹ ਜਿਮ ਜਾਣ ਕਰਕੇ ਉਹਨਾਂ ਨੂੰ ਜਿਹੜੀ ਮੈਡੀਕਲ ਸਾਇੰਸ ਆ ਉਹ ਕਹਿੰਦੀ ਹਾਈ ਪ੍ਰੋਟੀਨ ਡਾਈਟ ਲਓ, ਮਸਲ ਬਣਾਉਣ ਵਾਸਤੇ ਵੇ ਪ੍ਰੋਟੀਨ ਵਗੈਰਾ ਖਾਂਦੇ ਨੇ। ਉਹਦੇ ਨਾਲ ਕੀ ਹੁੰਦਾ, ਉਹ ਸਰੀਰ ਦੇ ਵਿੱਚ ਲੋੜ ਤੇ ਪ੍ਰੋਟੀਨ ਵੱਧਦਾ ਹੈ, ਉਹਦੇ ਨਾਲ ਹੌਲੀ ਹੌਲੀ ਸਰੀਰ ਦੇ ਵਿੱਚ ਜਿਹੜੇ ਮਸਲ ਤੁਹਾਡੇ ਆ ਉਹ ਅਨਹੈਲਦੀ ਹੋਣੇ ਸ਼ੁਰੂ ਹੋ ਜਾਂਦੇ ਨੇ। ਜੇ ਮੈਂ ਕਹਾਂ ਤਾਂ ਸੋਜ ਆ ਜਾਂਦੀ ਉਹਨਾਂ ਦੇ ਵਿੱਚ। ਸਟਾਰਟ ਪੈਰਾਂ ਤੋਂ ਹੁੰਦੀ ਹੈ? ਪੈਰਾਂ ਤੋਂ ਹੁੰਦੀ ਹੈ ਜੀ, ਬਿਲਕੁਲ। ਪੈਰਾਂ ਤੋਂ ਸੋ ਜਾਣੀ, ਜਿਹੜੇ ਜੋੜ ਨੇ ਸਾਡੇ ਉਹ ਬਰੀਕ ਜੋੜ ਨੇ, ਜਿਹੜੇ ਚਾਹੇ ਪੈਰਾਂ ਦੀਆਂ ਉਂਗਲੀਆਂ ਦੇ ਜੋੜ ਨੇ, ਚਾਹੇ ਹੱਥਾਂ ਦੀਆਂ ਉਂਗਲੀਆਂ ਦੇ ਜੋੜ ਨੇ, ਉਹਦੇ ਵਿੱਚ ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਇਲਾਵਾ ਬੈਕ ਪੇਨ ਹੋਣਾ, ਆਲਸ ਰਹਿਣਾ, ਕਮਰ ਦਰਦ ਰਹਿਣਾ, ਘਬਰਾਹਟ ਫੀਲ ਕਰਨਾ, ਚਿੜਚਿੜਾਪਨ ਹੋਣਾ, ਕੰਮ ਕਰਨ ਨੂੰ ਦਿਲ ਨਾ ਕਰਨਾ, ਸਾਰਾ ਦਿਨ ਡਿੱਗਦੇ ਰਹਿਣਾ, ਕਦੀ ਕਿਤੋਂ ਉੱਠ ਕੇ ਕਿਤੇ ਬੈਠ ਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾਗਾ। ਇਹ ਜਿਹੜੇ ਸਾਰੇ ਲੱਛਣ ਨੇ ਸ਼ੁਰੂਆਤੀ ਤੌਰ ਤੇ ਇਹ ਯੂਰਿਕ ਐਸਿਡ ਦੇ ਹੁੰਦੇ ਨੇ। ਔਰ ਜਦੋਂ ਤੁਸੀਂ ਇਹਨਾਂ ਨੂੰ ਇਗਨੋਰ ਕਰਦੇ ਹੋ, ਜਿਹੜੇ ਲੋਕ ਬਹੁਤ ਜ਼ਿਆਦਾ ਚਾਹ ਪੀਂਦੇ ਨੇ, ਜਦੋਂ ਸਰੀਰ ਦੁਖਦਾ ਉਹ ਕਹਿੰਦੇ ਚਾਹ ਪੀ ਲਓ ਜੀ, ਤੇ ਉਹਨਾਂ ਕਿਉਂਕਿ ਕੈਫੀਨ ਹੋਣ ਕਰਕੇ ਥੋੜ੍ਹਾ ਜਿਹਾ ਉਸ ਸਰੀਰ 'ਚ ਐਨਰਜੀ ਆਉਂਦੀ ਹੈ ਤੇ ਬੰਦੇ ਨੂੰ ਲੱਗਦਾ ਮੈਂ ਠੀਕ ਹੋ ਗਿਆ, ਲੇਕਿਨ ਜਿਹੜਾ ਉਹ ਯੂਰਿਕ ਐਸਿਡ ਹੈ ਉਹਦੇ ਨਾਲ ਉਲਟਾ ਵੱਧਦਾ ਹੈ। ਜਦੋਂ ਅਸੀਂ ਦੁੱਧ ਤੋਂ ਬਣੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਾਂ ਤੇ ਉਹਦੇ ਨਾਲ ਵੀ ਜਿਹੜਾ ਸਾਡਾ ਯੂਰਿਕ ਐਸਿਡ ਦਾ ਲੈਵਲ ਵੱਧਦਾ, ਉਹ ਵੱਧਦਾ ਇੱਕ ਦਿਨ ਸਾਨੂੰ ਉਹ ਗਠੀਆਵਾਹ ਵੱਲ ਲੈ ਜਾਂਦਾ। ਤੁਸੀਂ ਸੋਜ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ, ਤੇ ਸੋਜ ਜਿਹੜੀ ਹੈ ਉਹ ਪੈਰਾਂ ਵੱਲ ਆਉਣਾ ਜਿਹੜਾ ਉਹ ਇੱਕ ਅਜਿਹਾ ਸਾਈਨ ਹੈ ਜਿਹੜਾ ਆਪਾਂ ਨੂੰ ਕਹਿ ਰਿਹਾ ਕਿ ਬਾਡੀ ਦੇ ਵਿੱਚ ਵਾਟਰ ਰਿਟੈਂਸ਼ਨ ਵੱਧ ਗਈ, ਪਾਣੀ ਜਿਹੜਾ ਬਾਡੀ ਦੇ ਸਰੀਰ ਦੇ ਅੰਦਰ ਵੱਧ ਗਿਆ, ਜਿਹੜਾ ਕਿ ਬਾਹਰ ਨਹੀਂ ਨਿਕਲ ਪਾ ਰਿਹਾ। ਤੇ ਪਾਣੀ ਬਾਹਰ ਨਿਕਲਣ ਦੇ ਨਾਲ ਜਿਹੜਾ ਉਹ ਯੂਰਿਕ ਐਸਿਡ ਦਾ ਕੀ ਸੰਬੰਧ ਹੋਏਗਾ? ਦੇਖੋ ਜੀ, ਸਾਡੇ ਸਰੀਰ ਦੇ ਵਿੱਚ ਜਿਵੇਂ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ 68% ਪਾਣੀ ਹੈ।
ਜਦੋਂ ਪਾਣੀ ਉਹ 68 ਤੋਂ 70 72 75 ਜਾਂ 80 ਹੋ ਜਾਂਦਾ ਹੈ, ਉਹ ਵੀ ਨੁਕਸਾਨਦਾਇਕ ਘਾਤਕ ਹੈ। ਤੇ ਜਦੋਂ ਉਹ ਘਟ ਜਾਂਦਾ ਹੈ, ਤੁਸੀਂ ਦੇਖਿਆ ਹੋਣਾ ਜਦੋਂ ਡਾਇਰੀਆ ਹੁੰਦਾ ਹੈ, ਬੰਦੇ ਨੂੰ ਲੂਜ਼ ਮੋਸ਼ਨ ਲੱਗ ਜਾਂਦੇ, ਤੇ ਉਹਦੇ ਨਾਲ ਜਿਹੜਾ ਉਹੀ 68% ਤੋਂ 65% ਜਾਂ 60% ਰਹਿ ਜਾਂਦਾ, ਜਿਹਦੇ ਕਰਕੇ ਆਪ ਉਹਨੂੰ ਇਨਫਿਊਜ਼ਨ ਦੇਣਾ ਪੈਂਦਾ, ਗਲੂਕੋਜ਼ ਲਗਾ ਕੇ ਉਹਨੂੰ ਬਚਾਇਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸਾਡੇ ਸਰੀਰ ਦੇ ਵਿੱਚ ਕਿਡਨੀ ਜਿਹੜੀ ਹੈ ਪ੍ਰੋਪਰ ਪਿਸ਼ਾਬ ਨਹੀਂ ਕੱਢ ਦੇਗੀ, ਜਦੋਂ ਸਾਡੇ ਖੂਨ ਦੇ ਵਿੱਚ ਜਿਹੜਾ ਪਾਣੀ ਹੈ ਉਹਨੂੰ ਜਿਹੜੇ ਉਹਦੇ 'ਚ ਟੌਕਸਿਨ ਨੇ ਉਹ ਪਿਸ਼ਾਬ ਦੇ ਰੂਪ 'ਚ ਕਿਡਨੀ ਨੇ ਕੱਢਣੇ ਹੁੰਦੇ, ਜਦੋਂ ਉਹਨਾਂ ਜਿੰਨਾ ਚਾਹੀਦਾ ਉਸ ਰੇਸ਼ੋ ਦੇ ਵਿੱਚ ਉਹ ਪਿਸ਼ਾਬ ਨਹੀਂ ਬਣਾਉਂਦੀਗੀ, ਉਹ ਟੌਕਸਿਨ ਨਹੀਂ ਕਰਦੀ, ਤੇ ਖੂਨ ਦੇ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਨੇ। ਤੇ ਉਹ ਪਾਣੀ ਦੀ ਮਾਤਰਾ ਜਦੋਂ ਸਰੀਰ 'ਚ ਵੱਧਦੀ ਹੈ, ਖੂਨ ਜ਼ਿਆਦਾ ਪਤਲਾ ਹੋ ਜਾਂਦਾ, ਜਿਹਦੇ ਕਰਕੇ ਗ੍ਰੈਵਿਟੇਸ਼ਨ ਕਰਕੇ, ਧਰਤੀ ਦੀ ਖਿੱਚ ਕਰਕੇ, ਕਿਉਂਕਿ ਅਸੀਂ ਸਾਰਾ ਦਿਨ ਖੜੇ ਰਹਿੰਦੇ ਆ ਜਾਂ ਪੈਰ ਲਮਕਾ ਕੇ ਬੈਠਦੇ ਆ, ਉਹ ਜਿਹੜਾ ਖੂਨ ਦਾ ਦੌਰਾ ਹੈ ਉਹ ਥੱਲੇ ਨੂੰ ਬਹੁਤ ਤੇਜ਼ ਹੋ ਜਾਂਦਾ। ਪਰ ਜਿਹੜਾ ਹਾਰਟ ਹੈ ਉਹ ਇੰਨਾ ਹੈਲਦੀ ਨਹੀਂ ਹੈਗਾ, ਕਿਉਂਕਿ ਆਪਾਂ ਫਿਜ਼ੀਕਲ ਐਕਟੀਵਿਟੀ ਕੁਛ ਨਹੀਂ ਕਰ ਰਹੇਗੇ, ਲੋਕ ਐਕਸਰਸਾਈਜ਼ ਨਹੀਂ ਕਰਦੇਗੇ, ਵਾਕ ਨਹੀਂ ਕਰਦੇ ਨੇ। ਸੋ ਉਸ ਕਰਕੇ ਆਰਾਮਦਾਇਕ ਜ਼ਿੰਦਗੀ ਹੋਣ ਕਰਕੇ ਕਿ ਜਿਹੜਾ ਹਾਰਟ ਹੈ ਉਹ ਇਹਨੇ ਪ੍ਰੈਸ਼ਰ ਨਾਲ ਪੰਪ ਨਹੀਂ ਕਰ ਪਾਉਂਦਾ ਗਾ ਕਿ ਹਾਰਟ ਦਾ ਜਿਹੜਾ ਪ੍ਰੈਸ਼ਰ ਹੈ ਉਹਦੇ ਨਾਲ ਪੈਰਾਂ ਤੋਂ ਵਾਪਸ ਜਿਹੜਾ ਖੂਨ ਆਰਟਰੀ ਦੇ ਵਿੱਚ ਆ ਸਕੇ। ਸੋ ਉਸ ਪ੍ਰੋਸੈਸ ਦੇ ਵਿੱਚ ਜਦੋਂ ਖੂਨ ਦੇ ਵਿੱਚ ਪਾਣੀ ਵੱਧ ਜਾਂਦਾ, ਪੈਰਾਂ ਦੇ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਕਿਡਨੀ ਦੇ ਉੱਤੇ ਜਿਹੜਾ ਯੂਰਿਕ ਐਸਿਡ ਕਿਸ ਤਰ੍ਹਾਂ ਹਮਲਾ ਕਰਦਾ, ਕਿੱਦਾਂ ਮਤਲਬ ਕੀ ਕਰਦਾ ਵੀ ਜਿਹੜਾ ਕਿਡਨੀ ਆਪਣਾ ਕੰਮ ਕਰਨ ਤੋਂ ਜਵਾਬ ਦੇ ਜਾਂਦੀ? ਅਸਲ 'ਚ ਹੁੰਦਾ ਕੀ ਹੈ ਕਿ ਜਦੋਂ ਸਾਡੇ ਸਰੀਰ ਦੇ ਵਿੱਚ ਅਸੀਂ ਹਾਈ ਪ੍ਰੋਟੀਨ ਡਾਈਟ ਪਾਉਂਦੇ ਹਾਂ, ਕਿਡਨੀ ਦਾ ਬੇਸਿਕ ਫੰਡਾ ਹੈ ਕਿ ਉਹ ਜਿਹੜਾ ਯੂਰਿਕ ਐਸਿਡ ਜਿਹਨੂੰ ਆਪਾਂ ਕਹਿੰਦੇ ਹਾਂ ਕ੍ਰਿਸਟਲਸ ਹੁੰਦੇ ਨੇ ਖੂਨ ਦੇ ਵਿੱਚ, ਉਹ ਜਿਹੜੀ ਉਸ ਚੀਜ਼ ਨੂੰ ਉਹ ਬਾਹਰ ਕੱਢਦੇ ਨੇ। ਜਦੋਂ ਤੁਸੀਂ ਇੱਕ ਚੀਜ਼ ਨੂੰ ਲੋੜ ਤੋਂ ਜ਼ਿਆਦਾ ਪਾਈ ਜਾਵੋਗੇ, ਫੋਰ ਐਗਜ਼ਾਮਪਲ ਆਪਣੇ ਗੇਟ ਦੇ ਉੱਤੇ ਇੱਕ ਚੌਕੀਦਾਰ ਬੈਠਾ ਹੈ, ਜਦੋਂ ਵੀ ਕੋਈ ਬੰਦਾ ਆਉਂਦਾ ਉਹਨੂੰ ਉਹਦੀ ਜਾਂਚ ਕਰਕੇ ਉਹਨੂੰ ਬਾਹਰ ਅੰਦਰ ਭੇਜਦਾ। ਜਦੋਂ ਤੁਸੀਂ ਉਹ ਜਿਹੜੀ ਲਾਈਨ ਹੈ, ਚੌਕੀਦਾਰ ਇੱਕ ਹੈ ਲੇਕਿਨ 10 ਬੰਦੇ ਇਕੱਠੇ ਆ ਜਾਣਗੇ ਤੇ ਉਹ ਧੱਕਾ ਮੁੱਕੀ ਕਰਕੇ ਅੰਦਰ ਟੱਪ ਜਾਣਗੇ। ਇਸੇ ਤਰ੍ਹਾਂ ਅਸੀਂ ਲੋੜ ਤੋਂ ਜ਼ਿਆਦਾ ਹਾਈ ਪ੍ਰੋਟੀਨ ਡਾਈਟ ਲੈਂਦੇ ਹਾਂ, ਅਲਕੋਹਲ ਜ਼ਿਆਦਾ ਲੈਂਦੇ ਹਾਂ, ਮਿੱਠਾ ਬਹੁਤ ਜ਼ਿਆਦਾ ਖਾਂਦੇ ਹਾਂ, ਉਹ ਸਾਡੇ ਸਰੀਰ ਦੇ ਵਿੱਚ ਕਿਡਨੀ ਇੱਕ ਲਿਮਿਟ ਤੱਕ ਚੀਜ਼ ਨੂੰ ਬਰਦਾਸ਼ਤ ਕਰ ਸਕਦੀ ਹੈ। ਜਦੋਂ ਅਸੀਂ ਉੱਪਰੋਂ ਓਵਰਫਲੋ ਕਰੀ ਜਾਵਾਂਗੇ ਕਿਸੇ ਚੀਜ਼ ਨੂੰ, ਤੇ ਇੱਕ ਟਾਈਮ ਇਹੋ ਜਿਹਾ ਹੋਊਗਾ ਕਿ ਉਹਨੂੰ ਸਰੈਂਡਰ ਕਰਨਾ ਪੈਣਾ ਜਾਂ ਉਹਦੇ ਤੋਂ ਉੱਪਰੋਂ ਦੀ ਵਗ ਕੇ ਚਲੀ ਜਾਊਗੀ ਚੀਜ਼। ਉਸੇ ਤਰ੍ਹਾਂ ਜਦੋਂ ਕਿਡਨੀ ਦੇ ਵਿੱਚ ਆਪਾਂ ਲੋੜ ਤੋਂ ਜ਼ਿਆਦਾ ਹਾਈ ਪ੍ਰੋਟੀਨ ਡਾਈਟ ਤੱਕੀ ਜਾਵਾਂਗੇ, ਪਾਈ ਜਾਵਾਂਗੇ, ਉਹ ਫਿਰ ਹੌਲੀ ਹੌਲੀ ਯੂਰਿਕ ਐਸਿਡ ਦੇ ਰੂਪ ਦੇ ਵਿੱਚ ਸਾਡੇ ਖੂਨ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ। ਤੇ ਜਦੋਂ ਯੂਰਿਕ ਐਸਿਡ ਬਾਡੀ ਦੇ ਵਿੱਚ ਵੱਧ ਗਿਆ, ਪੈਰਾਂ 'ਚ ਸੋਜ ਆਉਣ ਲੱਗੀ, ਤਾਂ ਫਿਰ ਇਹ ਕਿਤੇ ਨਾ ਕਿਤੇ ਨਸਾਂ ਦੇ ਉੱਤੇ ਵੀ ਅਟੈਕ ਕਰਦਾ? ਜੀ ਬਿਲਕੁਲ ਜੀ, ਬਿਲਕੁਲ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਇਹ ਕ੍ਰਿਸਟਲ ਸਾਡੇ ਜੋੜਾਂ ਦੇ ਵਿੱਚ ਜੰਮਣੇ ਸ਼ੁਰੂ ਹੋ ਜਾਂਦੇ ਨੇ, ਤੇ ਉਸੇ ਤਰ੍ਹਾਂ ਇਹ ਹੌਲੀ ਹੌਲੀ ਜਿਹੜੀ ਹਾਰਟ ਦੀਆਂ ਆਰਟਰੀਜ਼ ਨੇ, ਉਹਦੇ ਜਿਹੜੇ ਵਾਲਵ ਨੇ, ਉਹਨਾਂ ਦੇ ਉੱਤੇ ਵੀ ਇਹ ਜੰਮਣਾ ਸ਼ੁਰੂ ਹੋ ਜਾਂਦੇ ਨੇ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕਾਂ ਦੇ ਬੜੀ ਛੋਟੀ ਉਮਰ ਦੇ ਵਿੱਚ ਨਿਗਾਹ ਦੀ ਐਨਕ ਲੱਗ ਜਾਂਦੀ ਹੈ, ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ, ਵਾਲ ਸਫੇਦ ਹੋ ਜਾਂਦੇ ਨੇ, ਇਹ ਸਾਰੀਆਂ ਚੀਜ਼ਾਂ ਹਾਈ ਪ੍ਰੋਟੀਨ ਦੇ ਨੁਕਸਾਨਾਂ ਕਰਕੇ ਹੀ ਹੁੰਦੀਆਂ। ਤੇ ਹਾਈ ਪ੍ਰੋਟੀਨ ਜਿਹੜਾ ਉਹ ਅੱਜ ਕੱਲ੍ਹ ਜਿਹੜਾ ਇੱਕ ਫੈਸ਼ਨ ਬਣ ਚੁੱਕਿਆ, ਤੇ ਹਾਈ ਪ੍ਰੋਟੀਨ ਦੇ ਨਾਲ ਨਾਲ ਜਿਹੜਾ ਡਾਕਟਰ ਸਾਹਿਬ 7 ਤੋਂ 8 ਵਾਰ ਖਾਣ ਦਾ ਵੀ ਜਿਹੜਾ ਉਹ ਫੈਸ਼ਨ ਬਣਿਆ ਹੋਇਆ। ਜੀ ਜੀ ਜੀ, ਬਿਲਕੁਲ ਬਿਲਕੁਲ। ਦੇਖੋ, ਮੈਂ ਇਹ ਦੱਸਣਾ ਚਾਹਾਂਗਾ ਕਿ ਸਾਡੇ ਸਰੀਰ ਨੂੰ ਜਿਉਣ ਵਾਸਤੇ ਖਾਣ ਦੀ ਲੋੜ ਹੈ, ਨਾ ਕਿ ਖਾਣ ਲਈ ਅਸੀਂ ਜਿਉਂਦੇ ਪਏ ਹਾਂ। ਸੋ ਇਸ ਚੀਜ਼ 'ਚ ਫਰਕ ਰੱਖਣਾ ਪੈਂਦਾ ਹੈ। ਤੁਸੀਂ ਦੇਖਿਆ ਹੋਣਾ ਕਿ ਬੱਚੇ ਪਹਿਲਾਂ ਜਦੋਂ ਸੁਬਾਹ ਉੱਠਦੇ ਸੀਗੇ, ਉਹਨੂੰ ਦਹੀਂ ਜਾਂ ਲੱਸੀ ਦਿੱਤੀ ਜਾਂਦੀ ਸੀਗੀ, ਜਾਂ ਦੁੱਧ ਦਿੱਤਾ ਜਾਂਦਾ ਸੀਗਾ, ਮੱਖਣ ਖਵਾਇਆ ਜਾਂਦਾ ਸੀ ਬੱਚਿਆਂ ਨੂੰ ਰੋਟੀ ਦੇ ਉੱਤੇ ਰੱਖ ਕੇ। ਹੁਣ ਉਹ ਚੀਜ਼ਾਂ ਖਤਮ ਹੋ ਗਈਆਂ। ਬੱਚੇ ਨੂੰ ਉੱਠਣ ਸਾਰ ਜੀ ਸਭ ਤੋਂ ਪਹਿਲਾਂ ਤਾਂ ਚਾਹ ਪਿਆਈ ਜਾਂਦੀ ਹੈ, ਜਿਹੜਾ ਕਿ ਸਾਡਾ ਕਲਚਰ ਨਹੀਂ ਸੀਗਾ। ਉਸ ਤੋਂ ਬਾਅਦ ਬੱਚੇ ਨੂੰ ਤੁਸੀਂ ਬ੍ਰੈਡ ਦਿੰਦੇ ਹੋ, ਠੀਕ ਹੈ, ਜਾਂ ਮੈਂ ਕਹਾਂ ਕਿ ਸੋਇਆ ਬਟਰ ਲਗਾਤਾ, ਜਾਂ ਪਨੀਰ ਵਾਲੀਆਂ ਚੀਜ਼ਾਂ ਉਸ ਤਰ੍ਹਾਂ ਦੀਆਂ ਦੇਤੀਆਂ ਜਿਹੜੀਆਂ ਕਿ ਅਨਹੈਲਦੀ ਨੇ। ਉਸ ਤੋਂ ਬਾਅਦ ਬੱਚੇ ਜਦੋਂ ਟਿਫਨ ਲੈ ਕੇ ਸਕੂਲ ਜਾਂਦੇ ਨੇ, ਉਹਦੇ ਵਿੱਚ ਵੀ ਅਸੀਂ ਪ੍ਰੀਜ਼ਰਵ ਚੀਜ਼ਾਂ ਜਿਹੜੀਆਂ ਜ਼ਿਆਦਾ ਉਹ ਯੂਜ਼ ਕਰਨੀ ਸ਼ੁਰੂ ਕਰਦੇ, ਜਿਵੇਂ ਬਿਸਕਿਟਸ ਪਾਤੇ, ਰਸ ਪਾਤੇ, ਜਾਂ ਕਿਸੇ ਮੈਗੀ ਬਣਾ ਕੇ ਭੇਜਤੀ। ਸੋ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਉਹ ਹੌਲੀ ਹੌਲੀ ਸਾਡੇ ਸਰੀਰ ਦੇ ਵਿੱਚ ਜਿਹੜੀ ਹੈ ਉਹ ਗੰਦਗੀ ਇਕੱਠੀ ਕਰੀ ਜਾਂਦੀਆਂ ਨੇ, ਤੇ ਹੌਲੀ ਹੌਲੀ ਬਿਮਾਰੀਆਂ ਦਾ ਕਾਰਨ ਬਣਦੀਆਂ ਨੇ। ਬਿਮਾਰੀਆਂ ਦਾ ਕਾਰਨ ਬਣਦੀਆਂ ਨੇ। ਨਸਾਂ ਜਦੋਂ ਕਮਜ਼ੋਰ ਹੁੰਦੀਆਂ ਨੇ ਡਾਕਟਰ ਸਾਹਿਬ, ਤੇ ਉਦੋਂ ਫਿਰ ਜਿਹੜਾ ਬਾਡੀ ਦੇ ਅੰਦਰ ਜਿਹੜਾ ਉਹ ਸਾਰਾ ਦਾ ਸਾਰਾ ਸਿਸਟਮ ਜਿਹੜਾ ਉਹ ਫੇਲ ਹੋਣ ਦੇ ਕੰਢੇ ਆ ਜਾਂਦਾ। ਇਰੈਕਟਾਈਲ ਡਿਸਫੰਕਸ਼ਨ ਤੇ ਜਿਹੜਾ ਪ੍ਰੀਮੈਚੁਰ ਐਜੈਕੂਲੇਸ਼ਨ, ਤੇ ਇਹ ਚੀਜ਼ਾਂ ਜਿਹੜੀਆਂ ਨਪੁੰਸਕਤਾ ਦੇ ਉੱਤੇ ਵੀ ਜਿਹੜਾ। ਜੀ ਬਿਲਕੁਲ। ਦੇਖੋ ਕੁਲਵੰਤ ਜੀ, ਜਿਹੜੇ ਸਾਡੇ ਜੁਆਇੰਟ ਨੇ ਉਹਦੇ ਵਿੱਚ ਬਹੁਤ ਬਰੀਕ ਨਾੜਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਕੈਪਿਲਰੀ ਵੇਨਸ ਕਿਹਾ ਜਾਂਦਾ, ਵਾਲਾਂ ਤੋਂ ਬਰੀਕ ਨਾੜਾਂ ਹੁੰਦੀਆਂ ਨੇ। ਇਸੇ ਤਰ੍ਹਾਂ ਸਾਡੇ ਜਿਹੜੇ ਗੁਪਤਾਂਗ ਨੇ, ਉਹਦੇ ਵਿੱਚ ਜਨਨ ਅੰਗ ਨੇ ਜਿਹੜੇ, ਉਹਦੇ ਵਿੱਚ ਜਿਹੜਾ ਬਲੱਡ ਦਾ ਫਲੋ ਹੈ ਜਦੋਂ ਉਹ ਵੱਧਦਾ, ਉਹ ਤਾਂ ਰਿਐਕਸ਼ਨ ਉਹਦੇ 'ਚ ਆਉਂਦੀ ਹੈ। ਜਦੋਂ ਉਹ ਜਿਹੜਾ ਇਹ ਕ੍ਰਿਸਟਲਸ ਨੇ ਯੂਰਿਕ ਐਸਿਡ ਦੇ, ਉਹ ਬਰੀਕ ਨਾੜਾਂ ਦੇ ਵਿੱਚ ਜੰਮਣੇ ਸ਼ੁਰੂ ਹੋ ਜਾਂਦੇ ਨੇ, ਤੇ ਉਹਦੇ ਵਿੱਚ ਜਿਹੜਾ ਬਲੱਡ ਦਾ ਫਲੋ ਹੈ ਉਹ ਪ੍ਰੋਪਰ ਨਹੀਂ ਜਾਂਦਾ ਹੈਗਾ। ਤੇ ਉਹ ਲੋਕ ਕੀ ਕਰਦੇ ਆ, ਭੱਜਦੇ ਆ ਜੀ,
ਸੈਕਸ ਸਪੈਸ਼ਲਿਸਟਾਂ ਕੋਲ, ਬਟ ਉਹਨਾਂ ਨੂੰ ਬੇਸਿਕ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਜਿਹੜੀ ਤੁਸੀਂ ਅੱਜ ਬਹੁਤ ਖੁੱਲ੍ਹ ਕੇ ਗੱਲ ਕਰ ਰਹੇ ਹੋ ਇਸ ਬਾਰੇ। ਉਹ ਜਿਹੜੀ ਜਿੰਨੀ ਦੇਰ ਤੱਕ ਉਹਨਾਂ ਦਾ ਯੂਰਿਕ ਐਸਿਡ ਲੈਵਲ ਨਹੀਂ ਕੰਟਰੋਲ ਹੋਏਗਾ ਉਨੀ ਦੇਰ ਤੱਕ ਉਹਨਾਂ ਦਾ ਡਿਸਫੰਕਸ਼ਨ ਕਦੀ ਨਹੀਂ ਠੀਕ ਹੋ ਸਕਦਾ। ਡਾਕਟਰ ਸਾਹਿਬ ਇਹਦੇ ਨਾਲ ਫਿਰ ਹਾਰਮੋਨਲ ਇੰਬੈਲੈਂਸਿੰਗ ਵੀ ਤਾਂ ਹੁੰਦੀ ਹੋਣੀ, ਕਿਉਂਕਿ ਪਿਚੂਟਰੀ ਗਲੈਂਡ, ਪਾਈਨੀਅਲ ਗਲੈਂਡ ਤੇ ਹਾਈਪੋਥੈਲਮਸ ਗਲੈਂਡ, ਇਹ ਤਿੰਨੋਂ ਜਿਹੜੇ ਮਿਲ ਕੇ ਜਿਹੜੇ ਨੇ ਉਹ ਸਾਰੇ ਉਹ ਜਿਹੜੇ ਹਾਰਮੋਨਸ ਨੂੰ ਜਿਹੜੇ ਉਹ ਕਰਦੇ ਨੇ, ਪੂਰੇ ਬਾਡੀ ਨੂੰ ਇੱਥੋਂ ਕੰਟਰੋਲ ਕੀਤਾ ਜਾਂਦਾ। ਤੇ ਜਦੋਂ ਨਸਾਂ ਦੇ ਵਿੱਚੋਂ ਮੈਸੇਜ ਹੀ ਨਹੀਂ ਜਾਊਗਾ ਉੱਪਰ, ਜੋ ਬਲੌਕ ਹੋ ਗਈਆਂ, ਤੇ ਫਿਰ ਹਾਰਮੋਨਲ ਇੰਬੈਲੈਂਸਿੰਗ। ਜੀ ਬਿਲਕੁਲ ਬਿਲਕੁਲ, ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਹੈ। ਜਿਹੜੀ ਹਾਰਮੋਨ ਇੰਬੈਲੈਂਸ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਮੈਸੇਜ ਦੀ ਗੱਲ ਕਰ ਰਹੇ ਹੋ, ਸਾਡੇ ਕਿਡਨੀ ਦੇ ਉੱਤੇ ਇੱਕ ਬਹੁਤ ਪਤਲੀ ਲੇਅਰ ਹੁੰਦੀ ਹੈ ਜਿਹੜੀ ਕਿ ਇਹ ਸਾਨੂੰ ਸਿੰਪਟਮ ਦਿੰਦੀ ਹੈ। ਜਦੋਂ ਮੈਂ ਤੁਹਾਨੂੰ ਟੱਚ ਕਰ ਰਿਹਾ ਜਾਂ ਕੋਈ ਅਸੀਂ ਗਰਮੀ ਦਾ ਜਾਂ ਪੇਨ ਦਾ ਅਹਿਸਾਸ ਹੁੰਦਾ ਸਾਨੂੰ, ਉਹ ਜਿਹੜਾ ਅਹਿਸਾਸ ਹੈ ਸਾਡੇ ਮੰਨ ਲਓ ਹੱਥ ਨੂੰ ਟੱਚ ਕੀਤਾ ਕਿਸੇ ਨੇ, ਇਹ ਜਿਹੜਾ ਟੱਚ ਦਾ ਅਹਿਸਾਸ ਹੈ ਸਾਡੇ ਬ੍ਰੇਨ ਤੱਕ ਸਿਗਨਲ ਲੈ ਕੇ ਜਾਂਦੀਆਂ, ਉਹ ਕੈਪਿਲਰੀ ਵੇਨਸ ਹੀ ਲੈ ਕੇ ਜਾਂਦੀਆਂ। ਜਦੋਂ ਕੈਪਿਲਰੀ ਵੇਨ ਦੇ ਵਿੱਚ ਕ੍ਰਿਸਟਲ ਜੰਮ ਜਾਣਗੇ, ਤੇ ਤੁਸੀਂ ਦੇਖਿਆ ਹੋਣਾ ਕਿ ਲੋਕ ਕਹਿੰਦੇ ਮੇਰਾ ਪੈਰ ਸੌਂ ਗਏ ਜਾਂ ਮੈਂ ਹੱਥ ਰੱਖ ਕੇ ਸੁੱਤਾ ਸੀਗਾ ਤੇ ਮੇਰਾ ਹੱਥ ਸੌਂ ਗਿਆ। ਸੋ ਇਹ ਉਹੀ ਸਿੰਪਟਮ ਨੇ ਜੀ ਜਦੋਂ ਸਰੀਰ ਦੇ ਵਿੱਚ ਸਾਡੇ ਯੂਰਿਕ ਐਸਿਡ ਦਾ ਲੈਵਲ ਵੱਧ ਜਾਂਦਾ ਹੈ। ਯਾਨੀ ਕਿ ਹੱਥ ਪੈਰ ਸੌਣ ਦੀ ਸਮੱਸਿਆ ਦਾ ਕਾਰਨ ਜਿਹੜਾ ਉਹ ਕੱਲੀ ਸ਼ੂਗਰ ਹੀ ਨਹੀਂ ਹੁੰਦੀ, ਇਹ ਜੇਕਰ ਬਾਡੀ ਦੇ ਅੰਦਰ ਯੂਰਿਕ ਐਸਿਡ ਵਧਿਆ ਹੈ ਤਾਂ ਉਹਦੇ ਕਾਰਨ ਵੀ ਜਿਹੜਾ ਸਾਡੇ ਹੱਥ ਪੈਰ ਸੌਣ ਲੱਗ ਜਾਂਦੇ ਨੇ, ਕਿਉਂਕਿ ਉਹ ਮੈਸੇਜ ਜਾਣੇ ਜਿਹੜੇ ਦਿਮਾਗ ਨੂੰ ਬੰਦ ਹੋ ਗਏ, ਟੁੱਟ ਗਿਆ, ਤੇ ਇਹਦੇ ਨਾਲ ਹੋਰ ਬਹੁਤ ਸਾਰੇ ਅੰਗ ਖਰਾਬ ਹੋ ਸਕਦੇ ਨੇ। ਜੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਲੋਕਾਂ ਦੇ ਵਿੱਚ ਯੂਰਿਕ ਐਸਿਡ ਵੱਧਦਾ ਹੈ, ਯੂਰਿਕ ਐਸਿਡ ਵਧਣ ਦੇ ਨਾਲ ਉਹਨਾਂ ਨੂੰ ਬੀਪੀ ਦੀ ਸਮੱਸਿਆ ਵੀ ਨਾਲ ਹੀ ਹੋ ਜਾਂਦੀ ਹੈ। ਤੇ ਜਿਹੜੇ ਬੰਦੇ ਦਾ ਬੀਪੀ ਵੱਧਦਾ ਹੈ ਉਹਨੂੰ ਯੂਰਿਕ ਐਸਿਡ ਵਧਿਆ ਹੀ ਹੋਏਗਾ ਤੇ ਕੋਲੇਸਟ੍ਰੋਲ ਵੱਧ ਜਾਂਦਾ ਹੈ। ਜੀ 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 ਬਿਲਕੁਲ ਬਿਲਕੁਲ ਬਿਲਕੁਲ। ਬੇਸਿਕਲੀ ਜਦੋਂ ਸਾਡੇ ਸਰੀਰ ਦੇ ਵਿੱਚੋਂ ਗੰਦਗੀ ਨਿਕਲੀ ਬੰਦ ਹੋ ਗਈ, ਤੁਸੀਂ ਡਸਟਬਿਨ ਦੇ ਵਿੱਚ ਰੋਜ਼ ਗੰਦਗੀ ਸੁੱਟ ਰਹੇ ਹੋ, ਲੇਕਿਨ ਗੰਦਗੀ ਨੂੰ ਬਾਹਰ ਕੱਢਣ ਵਾਸਤੇ ਤੁਸੀਂ ਕੁਝ ਨਹੀਂ ਕਰ ਰਹੇ, ਡਸਟਬਿਨ ਨੂੰ ਸਾਫ਼ ਨਹੀਂ ਕਰ ਰਹੇ, ਤੇ ਕੀ ਹੋਏਗਾ, ਇੱਕ ਦਿਨ ਉਹਦੇ 'ਚ ਕੀੜੇ ਪੈ ਜਾਣਗੇ, ਬਦਬੂ ਆਏਗੀ। ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਜਦੋਂ ਸਾਡੀ ਕਿਡਨੀ ਹੈ ਉਹ ਆਪਣੇ ਗੰਦਗੀ ਨੂੰ ਸਾਫ਼ ਨਹੀਂ ਕਰ ਰਹੀਗੀ, ਬਾਡੀ ਦੇ ਵਿੱਚੋਂ ਟੌਕਸਿਨ ਨਹੀਂ ਬਾਹਰ ਕੱਢ ਰਹੀਗੀ, ਤੇ ਉਹ ਹੌਲੀ ਹੌਲੀ ਜਿਹੜੀ ਆਰਗਨ 'ਚ ਬਲੱਡ 'ਚ ਜੇ ਮੰਨ ਲਓ ਟੌਕਸਿਨ ਰਹੇਗਾ, ਉਹ ਆਈਸ 'ਚ ਜਾਏਗਾ ਤਾਂ ਆਈ ਨੂੰ ਇਨਫਲਾਮੇਟ ਕਰੇਗਾ, ਕੰਨਾਂ 'ਚ ਜਾਵੇ ਕੰਨਾਂ ਨੂੰ ਇਨਫਲਾਮੇਟ ਕਰੇਗਾ। ਜਿਹੜੇ ਆਰਗਨ 'ਚ ਮਾੜਾ ਬਲੱਡ ਜਾਏਗਾ, ਟੌਕਸਿਨ ਵਾਲਾ ਬਲੱਡ ਜਾਏਗਾ, ਉਹ ਉਸ ਆਰਗਨ ਨੂੰ ਖਰਾਬ ਕਰੇਗਾ ਕਰੇਗਾ। ਚਲੋ ਡਾਕਟਰ ਸਾਹਿਬ, ਆਪਾਂ ਬਹੁਤ ਡਰਾਤਾ ਲੋਕੀ, ਹੁਣ ਆਪਾਂ ਆਈਏ ਹੱਲ ਵੱਲ। ਤੇ ਮੇਨ ਗੱਲ ਇੱਥੇ ਇਹ ਆਏਗੀ ਕਿ ਹੱਲ ਜਿਹੜਾ ਮੈਨੂੰ ਜੋ ਸਮਝ ਆਉਂਦਾ, ਸਭ ਤੋਂ ਪਹਿਲਾ ਹੱਲ ਜਿਹੜਾ ਫਾਸਟਿੰਗ ਆਏਗਾ। ਜੀ ਬਿਲਕੁਲ, ਦੇਖੋ ਜੀ, ਕਿਸੇ ਵੀ ਧਰਮ ਦੀ ਆਪਾਂ ਗੱਲ ਕਰੀਏ, ਜਿਹੜੇ 4 ਮੁੱਖ ਧਰਮ ਨੇ ਪੂਰੇ ਵਰਲਡ ਦੇ ਵਿੱਚ, ਜਿਵੇਂ ਸਿੱਖੀਜ਼ਮ ਹੈਗਾ, ਹਿੰਦੂਇਜ਼ਮ ਹੈਗਾ, ਮੁਸਲਿਮਿਜ਼ਮ ਹੈਗਾ ਤੇ ਕ੍ਰਿਸਚਨ ਨੇ, ਇਹ ਸਾਰਿਆਂ ਦੇ ਵਿੱਚ ਫਾਸਟਿੰਗ ਕੀਤੀ ਜਾਂਦੀ ਹੈ। ਚਾਹੇ ਹਿੰਦੂ ਧਰਮ ਦੀ ਗੱਲ ਕਰੀਏ, ਆਪਣੇ ਨਵਰਾਤਰੇ ਕੀਤੇ ਜਾਂਦੇ, ਵਰਤ ਕੀਤੇ ਜਾਂਦੇ ਨੇ, ਠੀਕ ਹੈ। ਇਸੇ ਤਰ੍ਹਾਂ ਜਿਹੜੇ ਇਹ ਬਿਲਕੁਲ ਰੋਜ਼ੇ ਰੱਖਦੇ ਨੇ। ਸੋ ਉਹਦਾ ਇੱਕ ਲੌਜਿਕ ਹੈ। ਜਦੋਂ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਮੈਂ ਹੋਰ ਵੀ ਇਸ ਬਾਰੇ ਦੱਸਣਾ ਚਾਹਾਂਗਾ। ਜਿਹੜੀ 16 ਘੰਟੇ ਦੀ ਫਾਸਟਿੰਗ ਦੀ ਗੱਲ ਕਰਦੇ ਹਾਂ, ਆਯੁਰਵੇਦ ਕਹਿੰਦਾ ਕਿ ਤੁਸੀਂ 16 ਘੰਟੇ ਸਰੀਰ ਨੂੰ ਆਪਦੇ ਆਪ ਨੂੰ ਸਾਫ਼ ਕਰਨ ਲਈ ਦਿਓ। ਉਹਦੇ ਲਈ ਫਾਸਟਿੰਗ ਇੱਕ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਚਾਹੇ ਯੂਰਿਕ ਐਸਿਡ ਹੈ, ਚਾਹੇ ਕੋਲੇਸਟ੍ਰੋਲ ਹੈ, ਕੋਈ ਵੀ ਬਿਮਾਰੀ ਹੈ, ਉਹਦੇ ਵਿੱਚ ਫਾਸਟਿੰਗ ਦਾ ਇੱਕ ਆਪਦਾ ਬਹੁਤ ਵੱਡਾ ਰੋਲ ਹੁੰਦਾ ਹੈ। ਜਦੋਂ ਅਸੀਂ ਫਾਸਟਿੰਗ ਕਰਦੇ ਹਾਂ, ਉਹਦੇ ਨਾਲ ਸਾਡੇ ਸਰੀਰ ਨੂੰ ਆਪਦੇ ਆਪ ਨੂੰ ਠੀਕ ਕਰਨ ਦਾ ਟਾਈਮ ਮਿਲਦਾ ਹੈ। ਜਦੋਂ ਉਹ ਆਪਦੇ ਆਪ ਨੂੰ ਠੀਕ ਕਰਨ ਵੱਲ ਨਿਕਲਦਾ ਸਰੀਰ, ਤੇ ਉਹ ਹਰ ਇੱਕ ਬਿਮਾਰੀ ਤੋਂ ਆਪਦੇ ਆਪ ਨੂੰ ਸਾਫ਼ ਕਰਦਾ, ਜਿੰਨੇ ਟੌਕਸਿਨ ਉਹਨੂੰ ਬਾਹਰ ਕੱਢਦਾ। ਜੇ ਮੈਂ ਕਹਾਂ ਵੀ ਸਰੀਰ ਨੂੰ ਜਿਵੇਂ ਕੱਪੜੇ ਨੂੰ ਧੋਣ ਲਈ ਸਰਫ ਦੀ ਵਰਤੋਂ ਕੀਤੀ ਜਾਂਦੀ ਹੈ, ਡਿਟਰਜੈਂਟ ਵਰਤਿਆ ਜਾਂਦਾ, ਤੇ ਬਿਮਾਰੀਆਂ ਨੂੰ ਠੀਕ ਕਰਨ ਲਈ ਔਰ ਜਿਹੜੀ ਯੂਰਿਕ ਐਸਿਡ ਨੂੰ ਠੀਕ ਕਰਨ ਲਈ ਵਰਤ ਇੱਕ ਡਿਟਰਜੈਂਟ ਦਾ ਕੰਮ ਕਰਦਾ ਹੈ। ਡਿਟਰਜੈਂਟ ਦੇ ਵਿੱਚ ਜੇਕਰ ਨਿੰਬੂ ਨਾ ਹੋਵੇ ਤੇ ਫਿਰ ਡਿਟਰਜੈਂਟ ਜਿਹੜਾ ਉਹ ਸਫਾਈ ਨਹੀਂ ਕਰ ਪਾਉਂਦਾ, ਕਿਉਂਕਿ ਚਿਕਨਾਹਟ ਉਹਦੇ ਕਰਕੇ ਅੰਦਰ ਜੰਮੀ ਰਹਿੰਦੀ ਹੈ। ਤੇ ਨਿੰਬੂ ਉਹਦੇ 'ਚ ਕਾਫੀ ਕੰਮ ਕਰੇਗਾ ਆਪਣੇ ਫਾਸਟਿੰਗ ਦੇ ਵਿੱਚ। ਜੀ ਜੀ ਜੀ, ਨਿੰਬੂ ਤੇ ਮੈਂ ਆਉਣਾ ਹੀ ਸੀਗਾ, ਤੁਸੀਂ ਪਹਿਲਾਂ ਫੜ ਲਿਆ ਉਸ ਨੂੰ। ਜਿਹੜਾ ਨਿੰਬੂ ਹੈ ਜੀ, ਉਹ ਇੱਕ ਅਲਕਲਾਈਨ ਦੇ ਤੌਰ ਤੇ ਬਹੁਤ ਵਰਤਿਆ ਜਾਂਦਾ। ਜਿਹੜੇ ਵੀ ਅਲਕਲਾਈਨ ਸਿਰਪ ਆਉਂਦੇ ਨੇ, ਉਹਦੇ 'ਚ ਸਿਟਰਿਕ ਐਸਿਡ ਦੇ ਰੂਪ ਦੇ ਵਿੱਚ ਨਿੰਬੂ ਦਾ ਸੱਤ ਪਾਇਆ ਜਾਂਦਾ। ਉਹਦੇ ਵਿੱਚ ਨਿੰਬੂ ਹੁੰਦਾ ਜੀ, ਡਿਟਰਜੈਂਟ 'ਚ। ਜੀ ਜੀ ਬਿਲਕੁਲ ਜੀ। ਇਸੇ ਲਈ ਜਿਵੇਂ ਆਪਾਂ ਤੁਸੀਂ ਗੱਲ ਕੀਤੀ, ਚਿਕਨਾਈ ਨੂੰ ਦੂਰ ਕਰਨ ਵਾਸਤੇ ਨਿੰਬੂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਬਾਹਰੀ ਚਿਕਨਾਈ ਸਾਫ਼ ਕਰਦਾ ਨਿੰਬੂ, ਅੰਦਰ ਦੀ ਚਿਕਨਾਈ ਜਿਹੜਾ HDL ਹੈ ਸਾਡੇ ਸਰੀਰ ਦੇ ਵਿੱਚ, ਜਿਹੜਾ ਮਾੜਾ ਕੋਲੇਸਟ੍ਰੋਲ, ਹਾਂਜੀ ਹਾਂਜੀ, ਉਹਨੂੰ ਜੇ ਕੱਟਣ ਦਾ ਕੋਈ ਕੰਮ ਕਰਦਾ ਤਾਂ ਉਹ ਸਿਰਫ ਨਿੰਬੂ ਕਰਦਾ। ਤੇ ਨਿੰਬੂ ਜਿਹੜਾ ਉਹ ਆਪਾਂ ਜਦੋਂ ਵੀ ਤੁਸੀਂ ਫਾਸਟਿੰਗ ਕਰਨੀ ਹੈ, ਉਹਦੇ ਵਿੱਚ ਸ਼ਹਿਦ ਤੇ ਨਿੰਬੂ ਦਾ ਸੁਮੇਲ ਜ਼ਰੂਰ ਹੋਣਾ ਚਾਹੀਦਾ ਹੈ। ਜਿਹੜੇ ਲੋਕਾਂ ਨੂੰ ਡਾਇਬਟੀਜ਼ ਆ, ਉਹ ਇਕੱਲਾ ਨਿੰਬੂ ਦਾ ਇਸਤੇਮਾਲ ਕਰ ਸਕਦੇ। ਜਿਹੜੇ ਡਾਇਬਟਿਕ ਨਹੀਂ ਹੈਗੇ, ਉਹ ਸ਼ਹਿਦ ਤੇ ਨਿੰਬੂ ਦਾ ਪਾਣੀ ਦੇ ਵਿੱਚ ਸੇਵਨ ਕਰਨਗੇ ਤੇ ਬਾਕਮਾਲ ਰਿਜ਼ਲਟ ਮਿਲਣਗੇ। ਥੋੜੀ ਕਾਲੀ ਮਿਰਚ ਪਾ ਲੈਣ। ਬਿਲਕੁਲ ਜੀ, ਔਰ ਟਰਮਰਿਕ ਵੀ ਪਾ ਸਕਦੇ ਆ। ਹਾਂ, ਇਹ ਤਾਂ ਬਾਕਮਾਲ ਸਿਰਪ ਬਣ ਜਾਏਗਾ ਜੀ। ਤੇ ਆਪਾਂ ਆਈਏ ਵੀ ਜਦੋਂ ਫਾਸਟਿੰਗ ਕਰਦੇ ਹਾਂ, ਤੇ ਅਕਸਰ ਸਾਡੇ ਧਰਮ ਇਹ ਕਹਿੰਦੇ ਨੇ ਵੀ ਨੂਣ ਨਹੀਂ ਖਾਣਾ ਤੇ ਅੰਨ ਨਹੀਂ ਖਾਣਾ, ਬਾਕੀ ਜਿਹੜਾ ਸਾਰਾ ਕੁਝ ਚੱਲ ਜਾਏਗਾ, ਉਹਦੇ ਵਿੱਚ ਤੁਸੀਂ ਫਰੂਟ ਖਾਈ ਜਾਓ ਤੇ ਫਲਾਣਾ। ਤੇ ਕਈ ਲੋਕ ਅਜਿਹੇ ਹੁੰਦੇ ਨੇ
ਕਿ ਫਾਸਟਿੰਗ ਦਾ ਮਤਲਬ ਜਿਹੜਾ ਉਹ ਵਰਤ ਨਹੀਂ ਹੁੰਦਾ, ਉਹ ਚਰਤ ਬਣ ਜਾਂਦਾ ਤੇ ਉਹ ਮਤਲਬ ਉਹਦੇ ਨਾਲ ਕੀ ਹੁੰਦਾ ਕਿ ਉਹ ਖਾਣ ਦਾ ਹੀ ਵਰਤ ਰੱਖਦੇ ਨੇ। ਕਈਆਂ ਨੂੰ ਤਾਂ ਮੈਂ ਇੱਥੇ ਵੀ ਦੇਖਿਆ ਵੀ ਚਲੋ ਵੀ ਹੁਣ ਮੈਂ ਖਾ ਲਿਆ, ਹੁਣ ਇਸ ਤੋਂ ਬਾਅਦ ਮੈਂ ਕੀ ਖਾਣਾ, ਯਾਨੀ ਵਰਤ ਦੇ ਵਿੱਚ ਵੀ ਉਹ ਫਰੂਟ ਤੇ ਹੋਰ ਪਤਾ ਨਹੀਂ ਕੀ ਖਾਈ ਜਾਂਦੇ ਨੇ। ਕੀ ਉਹ ਜਾਇਜ਼ ਰਹੇਗਾ ਜੀ? ਨਹੀਂ ਜੀ, ਵਰਤ ਦਾ ਮਤਲਬ ਹੀ ਫਾਸਟਿੰਗ ਹੈ। ਸਾਡੇ ਜਿਹੜਾ ਡਾਈਜੈਸ਼ਨ ਸਿਸਟਮ ਹੈ ਉਹਨੂੰ ਰੈਸਟ ਦੇਣਾ ਹੈ। ਜੇ ਤੁਸੀਂ ਅੰਨ ਛੱਡ ਕੇ ਫਰੂਟ ਖਾਣ ਲੱਗ ਗਏ, ਫਰੂਟ ਛੱਡ ਕੇ ਤੁਸੀਂ ਜੂਸ ਲੈ ਲਿਆ, ਦੁੱਧ ਪੀ ਲਿਆ, ਤੇ ਗੱਲ ਤਾਂ ਉਹੀ ਹੈ ਜੀ। ਠੀਕ ਹੈ, ਕੰਨ ਫੜਨਾ ਚਾਹੇ ਐਂ ਫੜ ਲਓ ਤੇ ਚਾਹੇ ਉੱਪਰੋਂ ਘੁਮਾ ਕੇ ਫੜ ਲਓ। ਸੋ ਫਾਸਟਿੰਗ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਰੂਟੀਨ ਦੇ ਵਿੱਚ ਅੰਨ ਖਾ ਰਹੇ ਹੋ ਤਾਂ ਅੰਨ ਦਾ 24 ਘੰਟੇ ਲਈ ਤੁਸੀਂ ਬਿਲਕੁਲ ਪਰਹੇਜ਼ ਕਰਨਾ, ਅੰਨ ਨਹੀਂ ਖਾਣਾ ਗਾ। ਉਹਦੀ ਜਗ੍ਹਾ ਜੇ ਤੁਸੀਂ 10 ਕਿਲੋ ਪਾਣੀ 3 ਕਿਲੋ ਪਾਣੀ ਪੀਂਦੇ ਹੋ, 5-7 ਕਿਲੋ ਤੁਸੀਂ ਫਰੂਟ ਖਾਂਦੇ ਹੋ ਜਾਂ ਵੈਜੀਟੇਬਲਸ ਖਾਂਦੇ ਹੋ, ਉਹਦੇ ਵਿੱਚ ਤੁਸੀਂ ਅੰਨ ਜਿਹੜਾ ਹੈ ਉਹ ਅੰਨ ਘਟਾ ਦਿਓ। ਜੇ ਤੁਸੀਂ ਅੰਨ ਜ਼ਿਆਦਾ ਖਾ ਰਹੇ ਹੋ ਤਾਂ ਉਹਨੂੰ ਘਟਾਓਗੇ, ਇਹਨੂੰ ਫਾਸਟਿੰਗ ਕਿਹਾ ਜਾਂਦਾ। ਨਾ ਕਿ ਤੁਸੀਂ ਉਹਨੂੰ ਰਿਪਲੇਸ ਕਰ ਦੋਗੇ ਵੀ ਜਿੰਨਾ ਤੁਸੀਂ ਅੰਨ ਖਾਂਦੇ ਸੀ ਉਹਦੇ ਬਰਾਬਰ ਤੁਸੀਂ ਫਰੂਟ ਖਾ ਲਿਆ, ਤੇ ਉਹ ਵਰਤ ਨਹੀਂ ਹੈਗਾ ਗਾ। ਵਰਤ ਦਾ ਮਤਲਬ ਇਹ ਹੈ ਕਿ ਤੁਸੀਂ ਓਨਾ ਕੁ ਖਾਓ ਤਾਂ ਕਿ ਤੁਸੀਂ ਵੀਕ ਨਾ ਫੀਲ ਕਰੋ, ਤੁਹਾਡੀ ਬਾਡੀ 'ਚ ਫਰੈਸ਼ਨੈਸ ਬਣੀ ਰਵੇ, ਨਾ ਕਿ ਤੁਸੀਂ ਉਸ ਚੀਜ਼ ਨੂੰ ਖਾ ਕੇ ਉਲਟਾ ਆਲਸ ਪੈਦਾ ਕਰ ਲਓ। ਬਿਲਕੁਲ ਡਾਕਟਰ ਸਾਹਿਬ। ਤੇ ਦੂਜੀ ਗੱਲ ਇਹ ਹੈ ਕਿ ਜੇਕਰ ਆਪਣਾ ਵੀਕਨੈਸ ਜਿਹੜੀ ਫੀਲ ਹੁੰਦੀ ਹੈ ਫਾਸਟਿੰਗ ਦੇ ਦੌਰਾਨ, ਉਹ ਹੁੰਦੀ ਹੈ ਸਾਲਟ ਦੀ ਕਮੀ ਆ ਜਾਂਦੀ ਹੈ ਬਾਡੀ ਦੇ ਅੰਦਰ। ਤੇ ਜੇਕਰ ਆਪਾਂ ਸਾਲਟ, ਨਿੰਬੂ, ਇਹ ਜਿਹੀਆਂ ਚੀਜ਼ਾਂ ਆਪਾਂ ਲਗਾਤਾਰ ਲਈ ਜਾਵਾਂਗੇ, ਜੇਕਰ ਆਪਾਂ ਐਥਲੀਟਾਂ ਨੂੰ ਦੇਖੀਏ ਤਾਂ ਉਹ ਜਦੋਂ ਲੰਬੀ ਦੌੜ ਲਾਉਂਦੇ ਨੇ ਤਾਂ ਰੁਕਦੇ ਨੇ ਤੇ ਆ ਕੇ ਨਿੰਬੂ ਪਾਣੀ ਪੀਂਦੇ ਨੇ ਨਮਕ ਵਾਲਾ, ਤਾਂ ਕਿ ਉਹਨਾਂ ਦੇ ਅੰਦਰ ਜਿਹੜਾ ਡੀਹਾਈਡਰੇਸ਼ਨ ਹੋਈ ਵੀ ਹੋਵੇ ਉਹ ਠੀਕ ਹੋ ਜਾਂਦੀ ਹੈ। ਇਸੇ ਤਰ੍ਹਾਂ ਫਾਸਟਿੰਗ ਦੇ ਦੌਰਾਨ ਵੀ ਜੇਕਰ ਨਿੰਬੂ ਤੇ ਨਮਕ ਵਗੈਰਾ ਲੈਂਦੇ ਰਹਿਣ, ਜਾਂ ਫਿਰ ਲਿਕੁਇਡ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਕਿ ਕਿਸੇ ਤਰ੍ਹਾਂ ਦਾ ਨਿਊਟ੍ਰੀਸ਼ਨ ਨਹੀਂ ਲਈ ਬੈਠੀਆਂ, ਉਸ ਤੋਂ ਇਲਾਵਾ ਜਿਹੜੇ ਕਰ ਲਿਕੁਇਡ ਲੈਂਦੇ, ਜਿਸ ਤਰ੍ਹਾਂ ਆਪਾਂ ਐਪਲ ਸਾਈਡਰ ਵਿਨੇਗਰ ਲੈ ਸਕਦੇ ਹਾਂ, ਜਿਸ ਤਰ੍ਹਾਂ ਤੁਸੀਂ ਉਹ ਦੱਸਿਆ ਹਲਦੀ ਵਾਲਾ ਡਰਿੰਕ ਬਣਾ ਲਿਆ, ਕਾੜਾ ਲੈ ਲਿਆ ਕੋਈ ਨਾ ਕੋਈ, ਇਹ ਚੱਲ ਜਾਏਗਾ? ਬਿਲਕੁਲ ਜੀ, ਜਿਵੇਂ ਬਲੈਕ ਟੀ ਪੀ ਸਕਦੇ ਹਾਂ ਆਪਾਂ, ਠੀਕ ਹੈ ਜੀ, ਅਰਜੁਨ ਟੀ ਪੀ ਸਕਦੇ ਹਾਂ ਆਪਾਂ, ਗ੍ਰੀਨ ਟੀ ਪੀ ਸਕਦੇ ਹਾਂ ਜੀ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਤਾਂ ਲੱਸੀ ਵੀ ਪੀ ਸਕਦੇ ਹਾਂ। ਲੱਸੀ ਦੇ ਵਿੱਚ ਤੁਸੀਂ ਤ੍ਰਿਕੁਟ ਆਉਂਦਾ ਹੈ, ਸੁੰਡ, ਕਾਲੀ ਮਿਰਚ ਤੇ ਅਦਰਕ, ਇਹ 3 ਚੀਜ਼ਾਂ ਦਾ ਜਿਹੜਾ ਮਿਸ਼ਰਣ ਹੈ ਉਹ ਤੁਸੀਂ ਹਲਦੀ ਇਹਦੇ 'ਚ ਪਾ ਕੇ ਲੱਸੀ 'ਚ ਪਾ ਕੇ ਪੀਓਗੇ, ਤੇ ਉਹਦੇ ਨਾਲ ਕਿਉਂਕਿ ਫੈਟ ਨਹੀਂ ਹੁੰਦੀ ਲੱਸੀ ਦੇ ਵਿੱਚ, ਉਹਦੇ 'ਚ ਪ੍ਰੋਟੀਨ ਬਹੁਤ ਵਧੀਆ ਮਾਤਰਾ 'ਚ ਹੁੰਦਾ ਹੈ। ਔਰ ਸਭ ਤੋਂ ਵੱਡੀ ਚੀਜ਼ ਕੀ ਹੈ, ਸਾਡੀ ਕਿਡਨੀ ਨੂੰ ਐਲਕਲਾਈਨ ਕਰਨ ਲਈ ਜਿਹੜੀ ਲੱਸੀ ਹੈ ਬਹੁਤ ਵਧੀਆ ਕੰਮ ਕਰਦੀ ਹੈ ਜੀ। ਜੇ ਆਪਾਂ ਅਨਾਜ ਦੀ ਗੱਲ ਕਰੀਏ, ਜੇ ਤੁਸੀਂ ਯੂਰਿਕ ਐਸਿਡ ਦੀ ਗੱਲ ਕਰਦੇ ਆ, ਤੇ ਜਵਾਰ ਤੇ ਬਾਜਰਾ 2 ਇਸ ਤਰ੍ਹਾਂ ਦੇ ਅਨਾਜ ਨੇ ਜਿਹਨੂੰ ਮੋਟੇ ਅਨਾਜ ਕਿਹਾ ਜਾਂਦਾ, ਜਿਹਦੀ ਵਰਤੋਂ ਨਾਲ ਸਾਡੇ ਸਰੀਰ ਦੇ ਵਿੱਚ ਜਿਹੜਾ ਟੌਕਸਿਨ ਇਕੱਠਾ ਹੋਇਆ ਯੂਰਿਕ ਐਸਿਡ ਦੇ ਰੂਪ 'ਚ, ਉਹ ਇਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਵਧੀਆ ਸਹਾਇਕ ਹੁੰਦੇ ਨੇ। ਜੇ ਗਰਮੀਆਂ ਦੀ ਗੱਲ ਕਰੀਏ, ਕਿਉਂਕਿ ਵਾਇਰਲ ਤਸੀਰ ਗਰਮ ਹੈ, ਗਰਮੀਆਂ ਦੇ ਵਿੱਚ ਇਕੱਲੀ ਜਵਾਰ ਦੀ ਰੋਟੀ ਖਾਧੀ ਜਾਵੇ, 1 ਹਫ਼ਤਾ ਤੁਸੀਂ ਇਕੱਲੀ ਜਵਾਰ ਦੀ ਰੋਟੀ 2 ਟਾਈਮ ਖਾਓ, ਉਹਦੇ ਨਾਲ ਯੂਰਿਕ ਐਸਿਡ ਤੁਹਾਡਾ ਕੰਟਰੋਲ ਹੋ ਜਾਏਗਾ। ਜੇ ਸਰਦੀਆਂ ਦੀ ਗੱਲ ਹੈ ਤਾਂ 1 ਟਾਈਮ ਬਾਜਰਾ, ਦੂਸਰੇ ਟਾਈਮ ਜਵਾਰ ਖਾਧਾ ਜਾ ਸਕਦਾ ਹੈ। ਤੇ ਜੇ ਤੁਸੀਂ ਹੁਣ ਮੋਟੇ ਅਨਾਜ ਦੀ ਗੱਲ ਛੇੜ ਲਈ ਹੈ, ਤਾਂ ਇਹਦੇ 'ਚ ਬਾਕੀ ਦੇ ਮਿਲਟਸ ਜਿਹੜੇ ਨੇ, 5 ਮਿਲਟਸ ਜਿਹੜੇ ਡਾਕਟਰ ਖਾਦਰਵਲੀ ਵਾਲੇ ਨੇ, ਉਹ ਕਿੰਨਾ ਕੁ ਰੋਲ ਅਦਾ ਕਰਨਗੇ? ਬਿਲਕੁਲ ਜੀ, ਕਣਕ ਨਾਲੋਂ ਤਾਂ ਬਹੁਤ ਵਧੀਆ ਰੋਲ ਅਦਾ ਕਰਦੇ ਨੇ, ਕਿਉਂਕਿ ਕਣਕ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਡਾਕਟਰ ਕਾਦਰਵਲੀ ਦੀ, ਉਹਨਾਂ ਦੀ ਜਿਹੜੀ ਰਿਸਰਚ ਇਹ ਕਹਿੰਦੀ ਹੈ ਕਿ ਸਾਡੀ ਕਣਕ ਦੇ ਵਿੱਚ ਜਿਹੜਾ ਪ੍ਰੋਟੀਨ ਹੈ ਉਹਦਾ ਕੰਟੈਂਟ ਬਹੁਤ ਘੱਟ ਗਿਆ, ਨਾ ਮਾਤਰ ਰਹਿ ਗਿਆ। ਤੇ ਇਹਨਾਂ ਜਿਹੜੇ ਅਨਾਜ ਨੇ ਉਹਨਾਂ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਵਧੀਆ ਹੈਗੀ ਹੈ। ਔਰ ਸਾਡੇ ਸਰੀਰ ਦੇ ਵਿੱਚ ਪ੍ਰੋਟੀਨ ਦੇ ਨਾਲ ਨਾਲ ਫਾਈਬਰ ਵੀ ਸਾਨੂੰ ਉਨਾ ਹੀ ਚਾਹੀਦਾ ਹੈ। ਤੇ ਜਿਹੜੇ ਮੋਟੇ ਅਨਾਜ ਨੇ, ਇਹ ਫਾਈਬਰ ਤੇ ਜਿਹੜਾ ਪ੍ਰੋਟੀਨ ਹੈ ਉਹਦਾ ਇੱਕ ਬਹੁਤ ਵਧੀਆ ਸੁਮੇਲ ਹੈ। ਸੋ ਇਹ ਜਿਹੜੇ ਬਾਕੀ 3 ਅਨਾਜ ਨੇ ਉਹ ਵੀ ਬਹੁਤ ਅੱਛਾ ਕੰਮ ਕਰਦੇ ਨੇ, ਪਰ ਬੇਸਿਕਲੀ ਜਿਹੜੀ ਆਪਾਂ ਯੂਰਿਕ ਐਸਿਡ ਦੀ ਗੱਲ ਕਰ ਰਹੇ ਹਾਂ, ਉਹਨਾਂ ਤੇ ਇਹਨਾਂ ਦੋਵਾਂ ਦੇ ਮੈਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਲਏ ਹੋਏ ਆ ਜੀ। ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਡਾਕਟਰ ਸਾਹਿਬ ਕਿ ਜਿਹੜਾ ਮਿਲਟਸ ਹੈਗੇ ਨੇ, ਉਹਨਾਂ ਦੇ ਵਿੱਚ ਜਿਹੜੇ ਕੋਈ ਵੀ ਚੀਜ਼ ਜਿਹੜੀ ਖੁਰਾਕੀ ਤੱਤ ਨੇ ਉਹ ਸਪਾਇਰਲ ਦੀ ਸ਼ੇਪ 'ਚ ਨੇ, ਸਪਰਿੰਗ ਦੀ ਸ਼ੇਪ 'ਚ ਨੇ। ਬਾਡੀ ਦੇ ਅੰਦਰ ਜਾ ਕੇ ਹੌਲੀ ਹੌਲੀ ਸਪਰਿੰਗ ਖੁੱਲਦਾ ਤੇ ਹੌਲੀ ਹੌਲੀ ਜਿਹੜੀ ਉਹ એનર્ਜੀ ਜਿਹੜੀ ਆ ਉਹ ਰਿਲੀਜ਼ ਹੁੰਦੀ ਹੈ, ਜਿਹਦੇ ਨਾਲ ਇੱਕਦਮ ਜਿਹੜਾ એનર્ਜੀ ਦਾ ਫਲੋ ਨਹੀਂ ਆਉਂਦਾ ਤੇ ਬਾਡੀ ਜਿਹੜੀ ਆ ਉਹ ਖਰਾਬ ਨਹੀਂ ਹੁੰਦੀ ਹੈਗੀ। ਮੈਂ ਠੀਕ ਜੀ? ਬਿਲਕੁਲ, ਜਿਵੇਂ ਸੂਜੀ ਦੀ ਗੱਲ ਕਰਦੇ ਆਪਾਂ, ਅੰਦਰ ਜਾ ਕੇ ਫੁੱਲ ਜਾਂਦੀ ਹੈ ਤੇ ਉਹ ਹੌਲੀ ਹੌਲੀ ਸਸਟੇਨ ਰਿਲੀਜ਼ ਕਹਿੰਦੇ, ਇਹਨੂੰ ਸਸਟੇਨ ਰਿਲੀਜ਼ ਕਹਿੰਦੇ ਮੈਡੀਕਲ ਟਰਮ ਦੇ ਵਿੱਚ। ਬਿਲਕੁਲ ਜੀ, ਤੁਸੀਂ ਸਹੀ ਕਿਹਾ, ਜਿਹੜੇ ਮੋਟੇ ਅਨਾਜ ਨੇ ਇਸ ਸਾਡੀ ਬਾਡੀ ਦੇ ਵਿੱਚ ਇੰਸਟੈਂਟ એનર્ਜੀ ਦੇਣ ਦੀ ਬਜਾਏ ਉਹਨੂੰ ਕਨਸਟੈਂਟ એનર્ਜੀ ਦਿੰਦੇ ਰਹਿੰਦੇ ਆ ਜੀ। ਤੇ ਹੁਣ ਆਈਏ ਵੀ ਆਪਾਂ ਤੁਹਾਡੇ ਮੈਥਡ ਦੇ ਵਿੱਚ ਇਹ ਯੂਰਿਕ ਐਸਿਡ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ, ਆਯੁਰਵੇਦ ਦੇ ਵਿੱਚ ਕਿੱਦਾਂ ਕੀਤਾ ਜਾਂਦਾ? ਆਯੁਰਵੇਦ ਦੇ ਵਿੱਚ ਸਾਦੀ ਭਾਸ਼ਾ ਦੇ ਵਿੱਚ ਮੈਂ ਕਹਾਂ ਤੇ ਜਿਹੜਾ ਜਦੋਂ ਆਪਾਂ ਨਾਮ ਲੈਨੇ ਯੂਰਿਕ ਐਸਿਡ, ਐਸਿਡ ਦਾ ਮਤਲਬ ਤੇਜ਼ਾਬ, ਤੇ ਤੇਜ਼ਾਬ ਦਾ ਉਲਟ ਹੁੰਦਾ ਹੈ ਜੀ ਐਲਕਲਾਈਨ। ਠੀਕ ਹੈ ਜੀ, ਜਦੋਂ ਹੁਣ ਸਰੀਰ ਦੇ ਵਿੱਚੋਂ ਐਸਿਡ ਬਾਹਰ ਕੱਢਣਾ ਹੈ ਤਾਂ ਤੁਹਾਨੂੰ ਐਲਕਲਾਈਨ ਵਾਲੀ ਚੀਜ਼ਾਂ ਵਰਤਣੀਆਂ ਪੈਣੀਆਂ। ਠੀਕ ਹੈ, ਜਿਵੇਂ ਆਪਾਂ ਨਿੰਬੂ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਨਾਰੀਅਲ ਪਾਣੀ ਆਪਾਂ ਲੈ ਸਕਦੇ ਹਾਂ, ਲੱਸੀ ਲੈ ਸਕਦੇ ਹਾਂ, ਲੱਸੀ ਦਾ ਬਹੁਤ ਵੱਡਾ ਰੋਲ ਹੈ। ਇਸੇ ਤਰ੍ਹਾਂ ਜਿਹੜੀ ਆਯੁਰਵੇਦ ਹੈ, ਆਯੁਰਵੇਦ ਦੇ ਵਿੱਚ ਜਿਹੜੀ ਕਾਲੀ ਮਿਰਚ ਤੇ ਜਿਹੜੀ ਸੁੰਡ ਹੈ, ਇਹਨੂੰ ਯੂਰਿਕ ਐਸਿਡ ਦਾ ਐਂ ਲਾ ਲਓ ਦੁਸ਼ਮਣ ਕਾਲ ਕਿਹਾ ਗਿਆ। ਠੀਕ ਹੈ ਜੀ, ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ,
ਜਿਹੜੀ ਗਲੋ ਹੈ, ਅਦਰਕ ਹੈ ਜਿਹਨੂੰ ਡਰਾਈ ਜਿੰਦਰ ਆਪਾਂ ਕਹਿੰਦੇ ਸੁੰਡ ਤੇ ਜਿਹੜੀ ਆਪਣੇ ਗਲੋ ਹੈ, ਇਹਨਾਂ ਦੋਵਾਂ ਦਾ ਜਿਹੜਾ ਮਿਸ਼ਰਣ ਹੈ, ਇੱਕ ਇੱਕ ਚਮਚ ਤੁਸੀਂ ਇਹਨਾਂ ਦਾ ਮਿਸ਼ਰਣ ਨੂੰ ਮਿਕਸ ਕਰਕੇ 2 ਟਾਈਮ ਦੇ ਵਿੱਚ ਅੱਧਾ ਚਮਚ ਸਵੇਰੇ ਕਾੜਾ ਬਣਾ ਕੇ ਪੀ ਸਕਦੇ ਹੋ। ਉਹਦੇ ਨਾਲ ਯੂਰਿਕ ਐਸਿਡ ਦੇ ਵਿੱਚ ਬਾਕਮਾਲ ਰਿਜ਼ਲਟ ਮਿਲਦਾ ਹੈ। ਇੱਕ ਫਾਰਮੂਲਾ ਜਿਹੜਾ ਮੈਂ ਯੂਰਿਕ ਐਸਿਡ ਤੇ ਕੋਲੇਸਟ੍ਰੋਲ ਦੇ ਉੱਤੇ ਬਹੁਤ ਵਧੀਆ ਵਰਤਿਆ ਹੋਇਆ, ਬੜੇ ਸਾਲਾਂ ਤੋਂ ਸਾਡੇ ਬਜ਼ੁਰਗ ਵੀ ਬਣਾਉਂਦੇ ਹੁੰਦੇ ਸੀਗੇ ਤੇ ਬੜੇ ਲੱਖਾਂ ਲੋਕਾਂ ਨੂੰ ਮੈਂ ਦਿੱਤਾ ਤੇ ਉਹਨਾਂ ਨੇ ਵੀ ਘਰੇ ਬਣਾ ਕੇ ਉਹਦਾ ਫਾਇਦਾ ਲਿਆ। ਲਸਣ ਲੈ ਲੈਣਾ, ਉਹਨੂੰ ਛਿੱਲ ਕੇ ਉਹਦੇ 2 ਫੜ ਕਰ ਲੈਣੇ ਆ। ਜਿੰਨਾ ਲਸਣ ਹੈ ਉਹਦੇ ਡਬਲ ਤੁਸੀਂ ਸ਼ਹਿਦ ਪਾ ਲੈਣਾ ਔਰ ਉਹਨੂੰ ਮਰਤਬਾਨ ਦੇ ਜਾਰ ਦੇ ਵਿੱਚ ਕਿਸੇ ਕੰਚ ਦੇ ਮਰਤਬਾਨ 'ਚ ਪਾ ਕੇ ਧੁੱਪੇ ਰੱਖਣਾ। 1 ਮਹੀਨੇ ਬਾਅਦ ਉਹ ਤਿਆਰ ਹੋ ਜਾਏਗਾ। ਅੱਧੀ ਜਿਹੜਾ ਪੀਸ ਹੈ, ਇੱਕ ਕਲੀ ਜਿਹੜੀ ਹੈ, ਉਹ ਗਰਮ ਪਾਣੀ ਨਾਲ ਸੁਬਾਹ ਖਾਲੀ ਪੇਟ ਤੁਸੀਂ ਬਿਨਾਂ ਚਬਾਏ ਖਾਣੀ ਸ਼ੁਰੂ ਕਰ ਦਿਓ। ਯੂਰਿਕ ਐਸਿਡ ਕੋਲੇਸਟ੍ਰੋਲ ਨੂੰ ਜੜ ਤੋਂ ਖਤਮ ਕਰ ਦੇਗਾ। ਯਾਨੀ ਉਹ ਫਰਮੈਂਟਡ ਲਸਣ ਆਪਾਂ ਨੇ ਖਾਣਾ ਹੈਗਾ। 1 ਮਹੀਨਾ ਰੱਖਣਾ ਪਏਗਾ ਕਿ ਗਰਮੀਆਂ 'ਚ ਤਾਂ ਸਸਤਾ ਇਹਦਾ ਹਫ਼ਤੇ 10 ਦਿਨਾਂ 'ਚ ਹੋ ਜਾਂਦਾ। ਜਿਵੇਂ ਅੱਜ ਕੱਲ੍ਹ ਦੇ ਦਿਨਾਂ ਦੀ ਗੱਲ ਕਰ ਰਿਹਾ ਮੈਂ, ਜਿਹਦੇ ਵਿੱਚ ਧੁੱਪ ਘੱਟ ਹੁੰਦੀ ਹੈ, ਉਹਦੇ ਵਿੱਚ ਆਪਾਂ ਨੂੰ 1 ਮਹੀਨਾ ਰੱਖਣਾ ਪਏਗਾ। ਸਰਦੀਆਂ ਜੇ ਪੂਰੀਆਂ ਗਰਮੀਆਂ ਹੈਗੀਆਂ ਤਾਂ ਉਹਦੇ 15 ਦਿਨ ਵੀ ਚੱਲ ਜਾਏਗਾ। ਸੋ 15 ਦਿਨਾਂ ਬਾਅਦ ਜਿਹੜਾ ਰੱਖਣਾ ਉਹਨੂੰ ਕੰਚ ਦੇ ਜਾਰ 'ਚ ਹੀ ਹੈ ਨਾ, ਇਹ ਇੰਪੋਰਟੈਂਟ ਕੰਚ ਦੇ ਜਾਰ 'ਚ ਹੀ ਰੱਖਣਾ ਹੈ ਜੀ, ਕਿਉਂਕਿ ਉਹਦੇ ਵਿੱਚ ਜਦੋਂ ਵੀ ਫਰਮੈਂਟੇਸ਼ਨ ਹੁੰਦੀ ਹੈ, ਦੂਸਰਾ ਇਹ ਹੈ ਕਿ ਕੰਚ ਦਾ ਆਪਦਾ ਕੋਈ ਉਹਦੇ 'ਚ ਗੁਣ ਨਹੀਂ ਜਾਂਦਾ। ਜਿਹੜੀ ਪਲਾਸਟਿਕ ਹੈ, ਜਦੋਂ ਧੁੱਪੇ ਰੱਖਾਂਗੇ ਉਹਦੀ ਰਿਐਕਸ਼ਨ ਆਏਗੀ। ਬਿਲਕੁਲ, ਜਦੋਂ ਵੀ ਕੋਈ ਚੀਜ਼ ਖਮੀਰੀ ਜਾਂਦੀ ਹੈ ਤਾਂ ਫਿਰ ਉਹ ਨਾਲ ਜਿਹੜੇ ਉਹ ਦੂਜੀ ਚੀਜ਼ਾਂ ਦਾ ਰਿਐਕਸ਼ਨ ਵੀ ਲੈ ਲੈਂਦੇ। ਜੇ ਪਲਾਸਟਿਕ ਹੋਏਗਾ ਤਾਂ ਉਹਦਾ ਵਿੱਚ ਉਹਨੂੰ ਮਿਕਸ ਕਰ ਲੇਗੀ ਨਾਲ। ਬਿਲਕੁਲ ਜੀ, ਬਿਲਕੁਲ ਸਹੀ ਹੈ, ਬਿਲਕੁਲ। ਤੇ ਤੁਹਾਡੇ ਆਯੁਰਵੇਦ ਦੇ ਫਾਰਮੂਲੇ ਬੜੇ ਕਮਾਲ ਦੇ ਨੇ, ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੈਗੇ ਹੋ। ਤੇ ਤੁਹਾਡਾ ਕੋਈ ਜਿਸ ਤਰ੍ਹਾਂ ਗਲੂਟਨ ਗੋ ਤੁਸੀਂ ਦੱਸਿਆ ਬੜਾ ਕਮਾਲ ਦਾ ਹੈਗਾ, ਤੇ ਯੈਸ ਗਲੂਟਨ, ਤੇ ਕੀ ਇਹਦੇ ਯੂਰਿਕ ਐਸਿਡ ਵਾਸਤੇ ਵੀ ਕੋਈ ਫਾਰਮੂਲਾ ਹੈਗਾ ਤੁਹਾਡਾ? ਜੀ, ਅਸਥੀ ਰਾਜ ਦੇ ਨਾਂ ਤੇ ਸਾਡੇ ਬਜ਼ੁਰਗ ਫਾਰਮੂਲਾ ਬਣਾਉਂਦੇ ਹੁੰਦੇ ਸੀਗੇ। ਉਸ 'ਚ ਕੁਛ ਜੜੀਆਂ ਬੂਟੀਆਂ, ਕੁਛ ਜਿਹੜੀਆਂ ਰਸੋਈ ਦੀਆਂ ਚੀਜ਼ਾਂ ਜਿਵੇਂ ਮੇਥੀ ਹੈ, ਸੁੰਡ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਾ ਕੇ ਇੱਕ ਟੈਬਲੇਟ ਫਾਰਮ ਦੇ ਵਿੱਚ ਅਸੀਂ ਅਸਥੀ ਰਾਜ ਦੇ ਨਾਮ ਤੇ ਪ੍ਰੋਡਕਟ ਬਣਾਉਣੇ ਆ। ਪੇਟੈਂਟ ਪ੍ਰੋਡਕਟ ਹੈ ਜੀ, ਬਿਲਕੁਲ। ਬਹੁਤ ਸਾਲਾਂ ਤੋਂ ਮੈਂ ਉਹ ਯੂਜ਼ ਕਰ ਰਿਹਾ ਔਰ ਹਜ਼ਾਰਾਂ ਪੇਸ਼ੈਂਟ ਜਿਹੜੇ ਸਾਡੇ ਤੱਕ ਨਹੀਂ ਵੀ ਪਹੁੰਚ ਸਕਦੇਗੇ, ਉਹ ਮੈਡੀਕਲ ਸਟੋਰ ਤੋਂ ਜਾਂ ਆਨਲਾਈਨ ਸਾਡੇ ਤੋਂ ਮੰਗਾ ਕੇ ਉਹਦਾ ਫਾਇਦਾ ਲੈ ਰਹੇ ਨੇ। ਕਿੰਨੀ ਦੇਰ ਦਾ ਕੋਰਸ ਹੁੰਦਾ ਤੇ ਜਿਹਦੇ ਨਾਲ ਯੂਰਿਕ ਐਸਿਡ ਜਿਹੜਾ ਉਹ ਕੁਲਵੰਤ ਜੀ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਜਿੰਨੀ ਦੇਰ ਕੋਈ ਪਰਹੇਜ਼ ਨਹੀਂ ਕਰੇਗਾ, ਉਹਦੇ ਲਈ ਸਮਾਂ ਸਾਰਨੀ ਕੁਛ ਨਹੀਂ ਨੀਅਤ ਕੀਤੀ ਜਾ ਸਕਦੀ ਗੀ। ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਪਰਹੇਜ਼ ਵੱਲ ਜਾਣਾ ਚਾਹੀਦਾ, ਉਸ ਤੋਂ ਬਾਅਦ ਇਲਾਜ ਦੀ ਗੱਲ ਕਰਦੇ ਆਪਾਂ। ਜਿਹੜਾ ਅਸਥੀ ਰਾਜ ਹੈ, ਜੇ 2.5 ਤੋਂ 3 ਮਹੀਨੇ ਕੋਈ ਯੂਜ਼ ਕਰੇ ਪੂਰੇ ਪਰਹੇਜ਼ ਨਾਲ, ਚਾਹੇ ਸਰਵਾਈਕਲ ਹੈ, ਚਾਹੇ ਯੂਰਿਕ ਐਸਿਡ ਕਰਕੇ ਬੈਕ ਪੇਨ ਹੋ ਰਹੀ ਹੈ, ਚਾਹੇ ਉਹਦੇ ਜੁਆਇੰਟ ਪੇਨ ਹੈਗੀ ਹੈ, ਉਹ ਸਾਰਿਆਂ ਦੇ ਵਿੱਚ ਕੰਮ ਕਰਦਾ ਹੈ। ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੇਨ ਕਿਲਰ ਨਹੀਂ ਆ ਵੀ ਤੁਸੀਂ ਖਾ ਲਿਆ ਤੇ ਨਾਲ ਦੇ ਨਾਲ ਦਰਦ ਰੁਕ ਜਾਏਗਾ। ਹਾਂ, ਨੈਚੁਰਲ ਵੇ ਨਾਲ ਹੌਲੀ ਹੌਲੀ ਪੇਨ ਘਟਦੇ ਖਤਮ ਹੋ ਜਾਂਦੇ ਨੇ, ਇੱਕਦਮ ਬੰਦ ਨਹੀਂ ਹੁੰਦੇਗੇ। ਉਹਦੇ ਲਈ ਆਪਾਂ ਨੂੰ ਜੇ ਚਾਹੀਦਾ ਤੇ ਜਿਵੇਂ ਸ਼ਹਿਦ ਦੇ ਵਿੱਚ ਤੁਸੀਂ ਕਾਲੀ ਮਿਰਚ ਤੇ ਹਲਦੀ ਪਾ ਕੇ ਗਰਮ ਪਾਣੀ ਦੇ ਵਿੱਚ ਪੀਓਗੇ ਤੇ ਇੰਸਟੈਂਟ ਪੇਨ ਤੁਹਾਡਾ ਰੁਕ ਜਾਏਗਾ। ਜਾਂ ਗਰਮ ਪਾਣੀ ਦੇ ਵਿੱਚ ਦੇਸੀ ਗਾਂ ਦਾ ਘਿਓ ਹੈ, ਉਹਨੂੰ 1 ਗਲਾਸ ਪਾਣੀ ਦੇ ਵਿੱਚ 1 ਚਮਚ ਦੇਸੀ ਗਾਂ ਦਾ ਘਿਓ ਪਾ ਕੇ ਉਹਨੂੰ ਉਬਲਣਾ ਰੱਖ ਲਓ। ਉਹ ਜਦੋਂ ਪਾਣੀ ਅੱਧਾ ਰਹਿ ਜੇ, ਉਹਨੂੰ ਕੋਸਾ ਪੀਓ। ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਕੜਕੜ ਕਰਦੇ ਨੇ ਜੋੜ, ਉਹ ਬਿਲਕੁਲ ਠੀਕ ਹੋ ਜਾਣਗੇ। ਔਰ ਦੂਸਰਾ ਜਿਹੜਾ ਸਰੀਰ ਦੇ ਵਿੱਚ ਪੇਨ ਹੈ, ਉਸ ਪਾਣੀ ਦੇ ਨਾਲ ਇਮੀਡੀਏਟ ਪੇਨ ਠੀਕ ਹੋ ਜਾਏਗੀ। ਆਯੁਰਵੇਦ ਦਾ ਸਭ ਤੋਂ ਵੱਡਾ ਪੇਨ ਕਿਲਰ ਅਰਥਰਾਈਟਸ 'ਚ ਵਰਤਿਆ ਜਾਂਦਾ ਜੀ। ਜਿਹੜਾ ਤੁਸੀਂ ਸ਼ਹਿਦ ਦੇ ਵਿੱਚ ਕਾਲੀ ਮਿਰਚ ਤੇ ਹਲਦੀ ਦੀ ਗੱਲ ਕੀਤੀ ਹੈ, ਉਹ ਪਾਣੀ ਕੋਸਾ ਹੋਵੇ ਕਿ ਗਰਮ ਹੋਵੇ, ਉਬਲਿਆ ਹੋਵੇ, ਕੀ ਹੋਵੇ? ਉਬਲਿਆ ਹੋਇਆ ਪਾਣੀ ਜਿਹੜਾ ਚਾਹ ਜਿੰਨਾ ਗਰਮ ਹੋਵੇ। ਮਤਲਬ ਉਹਦੇ ਵਿੱਚ ਪਹਿਲਾਂ ਆਪਾਂ ਹਲਦੀ ਉਬਾਲ ਲੈਣੀ ਹੈ, ਹਲਦੀ ਉਬਾਲ ਕੇ ਉਹਦੇ ਵਿੱਚ ਕਾਲੀ ਮਿਰਚ ਉਸੇ ਟਾਈਮ ਕ੍ਰਸ਼ ਕਰਕੇ ਤੇ ਉਹ ਪਾਣੀ ਚੁਟਕੀ ਕਿ ਬਣ ਜਾਣੀ ਹੈ। ਬਿਲਕੁਲ, ਇਹ ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ, ਕਦੀ ਵੀ ਪੀਸੀ ਵੀ ਕਾਲੀ ਮਿਰਚ ਨਹੀਂ ਲੈਣੀਗੀ। ਸਾਬਤ ਲੈ ਕੇ ਆਓ, ਉਹਨੂੰ ਘਰੇ ਲਿਆ ਕੇ ਛੋਟੀ ਕੁੰਡੀ ਆਉਂਦੀ ਉਹਦੇ 'ਚ ਕੁੱਟ ਕੇ ਕ੍ਰਸ਼ ਕਰਕੇ ਪਾਓ। ਹਲਦੀ ਜਿਹੜੀ ਹੈ, ਤੁਹਾਨੂੰ ਦੱਸਿਆ ਆਪਾਂ, ਲਗੜਮ ਜਿਹੜੀ ਹਲਦੀ ਹੈ, ਉਹ 1 ਚੂੰਡੀ ਉਹਦੇ 'ਚ ਪਾਉਣੀ ਹੈ। ਤੁਸੀਂ 2 ਜਾਂ 3 ਕਾਲੀਆਂ ਮਿਰਚਾਂ ਪਾਉਣੀਆਂ ਔਰ ਪਾਣੀ ਨੂੰ ਉਬਾਲ ਲੈਣਾ। ਜਦੋਂ ਚੰਗੀ ਤਰ੍ਹਾਂ ਉਹਨੂੰ 2-3 ਉਬਾਲੇ ਆ ਗਏ, ਉਸ ਤੋਂ ਬਾਅਦ ਉਸ ਪਾਣੀ ਨੂੰ ਕੋਸੇ ਨੂੰ ਪੀਣਾ ਹੈ। ਛਾਣ ਕੇ ਵੀ ਪੀ ਸਕਦੇ ਹੋ। ਸ਼ਾਇਦ 1 ਚਮਚ ਪਾ ਸਕਦੇ ਹੋ, ਸਵਾਦ ਅਨੁਸਾਰ 2 ਵੀ ਪਾ ਸਕਦੇ ਹੋ। ਸ਼ਹਿਦ ਦਾ ਕੋਈ ਨੁਕਸਾਨ ਨਹੀਂਗਾ। ਸ਼ਹਿਦ ਬਾਰੇ ਵੀ ਆਪਾਂ ਗੱਲ ਕਰਾਂਗੇ ਕਿਸੇ ਦਿਨ, ਕਿਉਂਕਿ ਸ਼ਹਿਦ ਜਿਹੜਾ ਆਪਣੇ ਕਲਚਰ ਦਾ ਇੱਕ ਹਿੱਸਾ ਹੈ। ਇੱਕ ਕਮਿਊਨਿਟੀ ਹੈਗੀ ਆ, ਉਹ ਰੋਜ਼ ਦਾ ਅੱਧਾ ਕਿਲੋ ਤੋਂ ਕਿਲੋ ਸ਼ਹਿਦ ਖਾਂਦੀ ਹੈ। ਕੇਰਲਾ ਦੇ ਵਿੱਚ ਮੈਂ ਦੇਖਿਆ ਉਹਨਾਂ ਨੂੰ। ਸੋ ਉਹਨਾਂ ਲੋਕਾਂ ਨੂੰ ਕਦੀ ਮੈਂ ਬਿਮਾਰ ਨਹੀਂ ਦੇਖਿਆ ਹੈਗਾ। ਸ਼ਹਿਦ ਇਕੱਠਾ ਕਰਕੇ ਪਿੰਡਾਂ 'ਚੋਂ ਲੈ ਕੇ ਆਉਂਦੇ ਆ ਉਹ ਜੰਗਲਾਂ 'ਚੋਂ। ਤੇ ਸ਼ਹਿਦ ਜਿਹੜਾ ਉਹ ਇੱਕ ਬੰਦਾ ਡੇਲੀ 50 ਗ੍ਰਾਮ ਤੱਕ ਖਾ ਸਕਦਾ, ਕੋਈ ਨੁਕਸਾਨ ਨਹੀਂ ਉਹਦਾ। ਤੇ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਤੇ ਫਿਰ ਜਦੋਂ ਬੰਦਾ ਠੀਕ ਹੋ ਜਾਂਦਾ ਤੁਹਾਡੇ ਅਸਥੀ ਰਾਜ ਨਾਲ, ਉਦੋਂ ਬਾਅਦ ਫਿਰ ਉਹ ਕੀ ਕਰੇ ਕਿ ਦੁਬਾਰਾ ਨਾ ਹੋਵੇ? ਜਿਹੜਾ ਗੁਰਬਾਣੀ ਕਹਿੰਦੀ ਹੈ, ਐਸਾ ਖਾਣ ਨਾ ਖਾਈਏ ਜਿਤ ਖਾਇਆ ਤਨ ਪੀੜੇ ਮਨ ਮੇ ਚਲੇ ਹੋਗਾ। ਜਿਹੜੀਆਂ ਚੀਜ਼ਾਂ ਤਨ ਤੇ ਮਨ ਨੂੰ ਪਰੇਸ਼ਾਨ ਕਰਦੀਆਂ ਉਹ ਨਹੀਂ ਖਾਣੀਆਂ ਚਾਹੀਦੀਆਂ। ਹਾਈ ਪ੍ਰੋਟੀਨ ਡਾਈਟ, ਜਿਵੇਂ ਸਭ ਤੋਂ ਵੱਡੀ ਚੀਜ਼ ਤਾਂ ਮੈਂ ਕਹਾਂਗਾ ਕਿ ਨੌਨ ਵੈਜ ਤੇ ਅਲਕੋਹਲ ਦਾ ਸੇਵਨ ਜਿਹੜਾ ਲੋਕ ਕਰਦੇ ਨੇ, ਉਹ ਇਸ ਤੋਂ ਤੌਬਾ ਕਰ ਲੈਣ, ਨਾ ਕਰਨ। ਦੂਸਰਾ ਜਿਹੜਾ ਹਾਈ ਪ੍ਰੋਟੀਨ ਡਾਈਟ ਦੇ ਵਿੱਚ, ਜਿਵੇਂ ਵੈਜ ਦੇ ਵਿੱਚ ਗੱਲ ਕਰਾਂ ਤਾਂ ਪਨੀਰ ਹੋ ਗਿਆ, ਸੋਇਆਬੀਨ ਹੋ ਗਈ, ਪਾਲਕ ਹੋ ਗਈ, ਰਾਜਮਾ ਹੋ ਗਏ, ਜਾਂ ਸਾਬੁਤ ਦਾਲਾਂ ਹੋ ਗਈਆਂ।
ਹਾਂ, ਇੱਕ ਚੀਜ਼ ਮੈਂ ਦੱਸਣਾ ਚਾਹਾਂਗਾ ਕਿ ਦਾਲਾਂ ਆਪਾਂ ਬਿਲਕੁਲ ਬੰਦ ਨਹੀਂ ਕਰਨੀਆਂ। ਜਿਹੜੇ ਵੀ ਬੰਦੇ ਨੂੰ ਯੂਰਿਕ ਐਸਿਡ ਹੈਗਾ, ਉਹਦੇ ਵਿੱਚ ਤੁਸੀਂ ਧੋਤੀ ਮੂੰਗੀ ਜਾਂ ਮਸਰ ਜਿਹੜੀ ਆ ਉਹਨੂੰ ਖਾ ਸਕਦੇ ਹੋ, ਠੀਕ ਹੈ ਜੀ। ਤੇ ਜਿਹੜੇ ਰਾਜਮਾ ਨੇ, ਰਾਜਮਾ ਤੁਸੀਂ ਮਹੀਨੇ 'ਚ ਇੱਕ ਅੱਧੀ ਵਾਰ ਖਾ ਸਕਦੇ ਹੋ। ਇਹ ਨਹੀਂਗਾ ਕਿ ਆਪਾਂ ਬਿਲਕੁਲ ਉਹਨੂੰ ਬੰਦ ਕਰ ਦੇਣਾ, ਘੱਟ ਮਾਤਰਾ 'ਚ ਲਓ ਤਾਂ ਕਿ ਉਸ ਚੀਜ਼ ਦਾ ਤੁਹਾਨੂੰ ਫਾਇਦਾ ਤੁਹਾਡੇ ਸਰੀਰ ਨੂੰ ਮਿਲੇ, ਨੁਕਸਾਨ ਨਾ ਹੋਵੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਇੱਕ ਵਾਰ ਫੇਰ ਸਾਡੇ ਦਰਸ਼ਕਾਂ ਨੂੰ ਬਹੁਤ ਮੁੱਲ ਜਾਣਕਾਰੀ ਦਿੱਤੀ ਹੈ। ਤੁਸੀਂ ਜਾਂਦੇ ਦਾ ਆਪਣਾ ਨੰਬਰ ਵੀ ਬੋਲ ਦਿਓ ਤਾਂ ਕਿ ਲੋਕੀ ਮੈਨੂੰ ਨਾ ਪੁੱਛਣ, ਤੁਹਾਨੂੰ ਸਿੱਧੇ ਫੋਨ ਕਰ ਲੈਣ। ਜੀ ਇੱਕ ਦੁਬਾਰਾ ਫਿਰ ਬੇਨਤੀ ਕਰਨੀ ਚਾਹਾਂਗਾ ਕਿ ਪਿਛਲੇ ਵੀਡੀਓ ਦੇ ਵਿੱਚ ਕਾਫੀ ਸਾਰੇ ਫੋਨ ਆ ਰਹੇ ਸੀਗੇ। ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਸਾਰਿਆਂ ਦਾ ਜਵਾਬ ਦੇਣਾ ਬੜਾ ਮੁਸ਼ਕਿਲ ਹੁੰਦਾ। ਜਦੋਂ ਵੀ ਮੈਨੂੰ ਕੋਈ ਪ੍ਰੋਬਲਮ ਬਾਰੇ ਤੁਸੀਂ ਗੱਲ ਕਰਨੀ, ਕੁਐਸਚਨ ਪੁੱਛਣਾ, ਮੈਨੂੰ WhatsApp ਤੇ ਕੰਟੈਕਟ ਕੀਤਾ ਜਾਵੇ ਤਾਂ ਕਿ ਉਹਨੂੰ ਮੈਂ ਫ੍ਰੀ ਟਾਈਮ ਦੇ ਵਿੱਚ ਉਹਦਾ ਸਹੀ ਜਵਾਬ ਦੇ ਸਕਾਂ। ਮੇਰਾ ਨੰਬਰ 9814176221 9814176221 ਹੈ ਜੀ। ਇੱਕੋ ਹੀ ਨੰਬਰ ਹੈ ਜੀ? ਹਾਂਜੀ, ਇੱਕੋ ਨੰਬਰ ਹੈ ਜੀ। ਇਹ ਤੁਸੀਂ ਜੇਕਰ ਸਿੱਧਾ ਤੁਹਾਨੂੰ ਆ ਕੇ ਮਿਲਣਾ ਚਾਹੋ ਤੇ ਬੰਦਾ, ਤੁਸੀਂ ਕਿੱਥੇ ਕਿੱਥੇ ਬੈਠਦੇ ਹੋ, ਕਿਹੜੇ ਕਿਹੜੇ ਦਿਨ ਹੁੰਦੇ ਨੇ ਤੇ ਟਾਈਮਿੰਗ? ਮਲੋਟ ਜਿਹੜਾ ਰੇਲਵੇ ਸਟੇਸ਼ਨ ਦੇ ਸਾਹਮਣੇ ਮੇਰਾ ਕਲੀਨਿਕ ਹੈ ਜੀ। 3 ਦਿਨ ਮੈਂ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਮਲੋਟ ਬੈਠਦਾ। ਵੀਰਵਾਰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੂਰਾ ਦਿਨ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਤੇ ਇਸੇ ਤਰ੍ਹਾਂ ਜਿਹੜਾ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਮੋਹਾਲੀ ਮੈਂ ਬੈਠਦਾ ਸਵੇਰ 10 ਵਜੇ ਤੋਂ ਲੈ ਕੇ 5 ਵਜੇ ਤੱਕ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਨੂੰ ਪੂਰੀ ਪਸੰਦ ਆਈ ਹੋਵੇਗੀ। ਅਗਲੀ ਵਾਰ ਫਿਰ ਇੱਕ ਨਵੇਂ ਮੁੱਦੇ ਦੇ ਨਾਲ ਤੁਹਾਡੇ ਨਾਲ ਸੰਪਰਕ ਕਰਾਂਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸੋ ਇਹ ਸਨ ਡਾਕਟਰ ਹਰਨਾਮ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਯੂਰਿਕ ਐਸਿਡ ਕਿਉਂ ਵੱਧ ਜਾਂਦਾ। ਯੂਰਿਕ ਐਸਿਡ ਹੁੰਦੀ ਕੀ ਬਲਾ ਹੈ, ਆਪਾਂ ਜਿਹਨੂੰ ਆਪਾਂ ਪੰਜਾਬੀ 'ਚ ਸਿੱਧਾ ਹੀ ਕਹਿ ਲਈਏ, ਤੇ ਬਲੱਡ ਯੂਰੀਆ ਕੀ ਚੀਜ਼ ਹੈ, ਇਹਨਾਂ ਦੀ ਉਹਨਾਂ ਦੋਨਾਂ ਦੀ ਆਪਸ 'ਚ ਨੇੜਤਾ ਕੀ ਹੈ, ਯੂਰਿਕ ਐਸਿਡ ਵੱਧਦਾ ਤੇ ਕੀ ਕੀ ਲੱਛਣ ਬਾਡੀ ਦੇ ਵਿੱਚ ਦਿਖਦੇ ਨੇ, ਕਿੱਥੇ ਸਭ ਤੋਂ ਪਹਿਲਾਂ ਅਟੈਕ ਹੁੰਦਾ, ਕਿੱਦਾਂ ਜਿਹੜਾ ਬਾਡੀ ਜਿਹੜੀ ਹੈ ਜਦੋਂ ਯੂਰਿਕ ਐਸਿਡ ਵੱਧਦਾ ਤੇ ਕਿਡਨੀ ਜਿਹੜੀ ਉਹਦੀ ਮਾਰ ਦੇ ਵਿੱਚ ਕਿੱਦਾਂ ਆ ਜਾਂਦੀ ਹੈ, ਕੀ ਸਿਰਫ ਕਿਡਨੀ ਹੀ ਮਾਰ 'ਚ ਆਉਂਦੀ ਹੈ ਜਾਂ ਫਿਰ ਨਸਾਂ ਵੀ ਕਮਜ਼ੋਰ ਹੁੰਦੀਆਂ ਨੇ, ਜਾਂ ਫਿਰ ਨਪੁੰਸਕਤਾ ਵੱਲ ਵੀ ਵੱਧਦਾ, ਜਾਂ ਫਿਰ ਬਾਂਝਪਨ ਵਾਲੇ ਪਾਸੇ ਵੀ ਵੱਧਦਾ, ਜਾਂ ਫਿਰ ਹਾਰਮੋਨਲ ਇੰਬੈਲੈਂਸਿੰਗ ਵੀ ਹੁੰਦੀ ਹੈ, ਜਾਂ ਫਿਰ ਸਾਡੀ ਜਿਹੜੀ ਜੇਕਰ ਆਪਾਂ ਸੁਨੇਹਾ ਨਹੀਂ ਜਾ ਰਿਹਾ ਦਿਮਾਗ ਨੂੰ ਕਿਸੇ ਤਰ੍ਹਾਂ ਦਾ, ਨਰਵਸ ਸਿਸਟਮ ਨੂੰ, ਤਾਂ ਕੀ ਉਹ ਹੋਰ ਵੀ ਅੰਗਾਂ ਨੂੰ ਮਾਰ ਕਰਦੀ ਹੈ ਇਹ ਚੀਜ਼। ਤੇ ਇਸ ਤੋਂ ਬਾਅਦ ਫਿਰ ਇਸ ਦਾ ਜਿਹੜਾ ਦੇਸੀ ਨੁਸਖਿਆਂ ਨਾਲ ਕੀ ਹੱਲ ਹੈ, ਤੇ ਡਾਕਟਰ ਹਰਨਾਮ ਸਿੰਘ ਹੁਣਾਂ ਦੇ ਜਿਹੜੇ ਅਸਥੀ ਰਾਜ ਜਿਹੜਾ ਉਹਦੇ ਕਿਸ ਤਰ੍ਹਾਂ ਕੰਮ ਕਰਦਾ। ਨੰਬਰ ਤੁਹਾਨੂੰ ਦੱਸਦੇ ਗਏ ਨੇ ਜੀ ਡਾਕਟਰ ਸਾਹਿਬ ਨਾਲ, ਤੁਸੀਂ ਸਿੱਧੇ ਵੀ ਸੰਪਰਕ ਕਰ ਸਕਦੇ ਹੋ। ਦਿਨ ਵੀ ਦੱਸਦੇ ਨੇ, ਕਿਹੜੀ ਕਿਹੜੀ ਜਗ੍ਹਾ ਬੈਠਦੇ ਨੇ ਉਹ ਵੀ ਦੱਸ ਦਿੱਤੇ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤੇ ਫਟਾਫਟ ਚੱਕੋ ਫੋਨ, ਫਟਾਫਟ ਚੱਕੋ ਆਪਣੇ ਲੈਪਟਾਪ ਦਾ ਉਹ ਸਿਸਟਮ ਜਿਸ ਤਰ੍ਹਾਂ ਹੀ ਤੁਸੀਂ ਆਪਣੇ ਜਿਹੜੇ ਨੇੜਲਿਆਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਨਜ਼ਦੀਕੀਆਂ ਨੂੰ, ਆਪਣੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਇਹ ਸਮੱਸਿਆ ਹੈ ਤੇ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ, ਉਹਨਾਂ ਨੂੰ ਫਟਾਫਟ ਵੀਡੀਓ ਸ਼ੇਅਰ ਕਰ ਦਿਓ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ WhatsApp, Facebook, ਜਿੰਨੇ ਵੀ ਤੁਹਾਡੇ ਗਰੁੱਪਸ ਹੈਗੇ ਨੇ ਸਾਰਿਆਂ ਦੇ ਵਿੱਚ ਇਹ ਵੀਡੀਓ ਸ਼ੇਅਰ ਕਰੋ। ਕੋਈ ਲੋੜ ਨਹੀਂ ਕਿਸੇ ਨੂੰ ਦਾਨ ਪੁੰਨ ਕਰਨ ਦੀ, ਕਿਸੇ ਰੋਂਦੇ ਨੂੰ ਹਸਾ ਦਈਏ ਨਾ ਤੇ ਉਹਦੇ ਵਰਗਾ ਦਾਨ ਪੁੰਨ ਕੋਈ ਨਹੀਂ ਹੈਗਾ। ਤੇ ਇਹ ਇੱਕ ਹੱਲ ਹੈ ਕਿਸੇ ਰੋਂਦੇ ਨੂੰ ਹਸਾਉਣ ਦਾ। ਜੇਕਰ ਉਸਦੇ ਕੋਲ ਹੱਲ ਪਹੁੰਚ ਜਾਂਦਾ ਤੇ ਉਹ ਆਪਣੇ ਆਪ ਨੂੰ ਠੀਕ ਕਰ ਲੈਂਦਾ, ਜਾਂ ਫਿਰ ਡਾਕਟਰ ਹਰਨਾਮ ਸਿੰਘ ਵਰਗੇ ਐਕਸਪਰਟ ਦੇ ਕੋਲ ਜਾ ਕੇ ਅਸਥੀ ਰਾਜ ਵਰਗਾ ਪ੍ਰੋਡਕਟ ਲੈ ਕੇ ਠੀਕ ਹੋ ਜਾਂਦਾ ਤੇ ਮੁੜ ਕੇ ਪਰਹੇਜ਼ ਵੀ ਰੱਖਦਾ। ਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ, ਨਿਊਜ਼ ਏਸ਼ੀਆ ਹਿੰਦੀ, ਆਵਾਜ਼ੇ ਪੰਜਾਬ, ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।